ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਅਸੀਂ ਗੱਲਬਾਤ ਕਰਾਉਂਦੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ। ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾ, ਰਾਸ਼ਟਰ ਪੱਧਰ 'ਤੇ ਵਾਪਰ ਰਹੀਆਂ ਘਟਨਾ ਖਬਰਾਂ, ਉਹਨਾਂ ਦੇ ਜਿਹੜੇ ਆ ਜੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਇਸ ਟਾਈਮ ਜੁੜ ਬੈਠੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜਾਏ ਵੀ ਅੱਜ ਦੇ ਜਿਹੜਾ ਪ੍ਰੋਗਰਾਮ ਖਬਰ 'ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ, ਦੂਸਰੇ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ। ਨੰਬਰ ਨੇ 408 272 5200 ਜਾਂ 408 722 7698 ਦੇ ਉੱਤੇ। ਤੁਸੀਂ ਇਸ ਪ੍ਰੋਗਰਾਮ ਨੂੰ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਸਾਡੇ ਨੰਬਰਾਂ ਦੇ ਉੱਤੇ 832 551 5029 ਜਾਂ 605 475 68 68। ਐਂਡਰੋਇਡ ਆਈਫੋਨ ਐਪਸ ਦੇ ਜ਼ਰੀਏ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਸੁਣ ਸਕਦੇ ਹੋ। ਅਤੇ ਬਲਤੇਜ ਪੰਨੂ ਜੀ, ਆਪਣੀ ਜਿਹੜੀ ਗੱਲਬਾਤ ਆ ਉਸ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਜਿਹੜਾ ਕੱਲ੍ਹ ਨੂੰ ਜਿਹੜੇ ਕਿ ਇੱਥੇ ਘਟਨਾ ਵਾਪਰੀ ਹੈ ਜੀ, ਬੜੀ ਵੱਡੀ ਘਟਨਾ ਵਾਪਰੀ, ਖਾਸ ਕਰਕੇ ਜਿਹੜੀ ਅਸੀਂ ਕੌਮ ਨੂੰ ਲੈ ਕੇ। ਹਰਿਆਣੇ ਨੇ ਨਵੀਂ ਕਮੇਟੀ ਬਣਾਤੀ, ਉਸ ਦੇ ਵਿੱਚ ਜਿਹੜੇ ਸਰਪ੍ਰਸਤ ਮੈਂਬਰ ਸੀ ਉਹਨਾਂ ਦੇ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜਾ ਪੰਥ 'ਚੋਂ ਛੇਕ ਦਿੱਤਾ ਗਿਆ। ਹਰਿਆਣਾ ਕਮੇਟੀ ਆ, ਇਹ ਇੱਕ ਨਵੇਂ ਕਮੇਟੀ ਹੈ, ਨਵੇਂ ਮੋੜ ਵੱਲ ਨੂੰ ਵੱਧ ਰਹੀ ਆ। ਕੀ ਹੈਗਾ ਇਸ ਚੀਜ਼ ਦੇ ਪੂਰੇ ਪਿੱਛੇ ਦੇ, ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਘਟਨਾ ਤੋਂ ਵੱਧ ਮੇਰੀ ਜਾਚੇ ਇਹਨੂੰ ਦੁਰਘਟਨਾ ਕਿਹਾ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਰਹੂਗਾ ਜੀ। ਇਹ ਦੁਰਘਟਨਾ ਹੀ ਹੋਈ ਹੈ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੋਈ ਹੈ। ਜਿਹੋ ਜਿਹਾ ਖਦਸ਼ਾ ਨਾ ਜਿਹੜਾ ਪਾਇਆ ਗਿਆ ਸੀਗਾ ਜੀ ਪਿਛਲੇ ਦਿਨਾਂ ਦੇ ਦੌਰਾਨ ਕਿ ਕੁਛ ਜਿਹੜੀਆਂ ਚਰਚਿਤ ਜਥੇਬੰਦੀਆਂ ਇਹੋ ਜਿਹਾ ਕੁਛ ਕਰ ਰਹੀਆਂ ਨੇ ਕਿ ਦੁਫੇੜ ਜਿਹੜਾ ਜੀ ਉਹ ਪਾਇਆ ਜਾ ਸਕੇ, ਜਿਹਦੇ ਵਿੱਚ ਮੋਹਰਲਾ ਰੋਲ ਆ ਉਹ ਅਕਾਲੀ ਦਲ ਬਾਦਲ ਨਿਭਾ ਰਿਹਾ ਜੀ। ਕਿਹਾ ਤਾਂ ਅਕਾਲੀ ਦਲ ਦੇ ਵੱਲੋਂ ਜਾ ਰਿਹਾ ਸੀਗਾ ਕਿ ਸਿੱਖਾਂ ਦੇ ਵਿਚਾਲੇ ਦੁਫੇੜ ਜਿਹੜਾ ਜੀ ਉਹ ਪਾ ਦੂਗੀ ਹਰਿਆਣੇ ਦੇ ਵਿੱਚ ਵੰਡ ਵਾਲੀ ਕਮੇਟੀ। ਸਿੱਖਾਂ ਦੇ ਵਿੱਚ ਦੁਫੇੜ ਕਿਵੇਂ ਪੈ ਜਾਊਗਾ ਇਹ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ। ਹੁਣ ਸਮਝ ਜਿਹੜੀ ਆ ਜੀ ਉਹ ਆ ਰਹੀ ਹੈ ਕਿ ਏਦਾਂ ਦੁਫੇੜ ਜਿਹੜਾ ਜੀ ਪੈ ਜਾਊਗਾ, ਜਿੱਥੇ ਇੱਕ ਪਾਸੇ ਟਾਸਕ ਫੋਰਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਭਰ ਭਰ ਕੇ ਹਰਿਆਣੇ ਭੇਜ ਦਿੱਤੀਆਂ ਗਈਆਂ ਨੇ ਤਾਂ ਕਿ ਕਬਜ਼ਾ ਜਿਹੜਾ ਉੱਥੇ ਨਾ ਲਿਆ ਜਾ ਸਕੇ। ਉੱਧਰੋਂ ਬਜਟ ਵਰਗਾ ਅਹਿਮ ਸੈਸ਼ਨ ਜਿਹੜਾ ਜੀ ਉਹ ਛੱਡ ਕੇ ਬਾਦਲ ਸਾਹਿਬ ਜਿਹੜੇ ਉਹ ਦਿੱਲੀ ਬੈਠੇ ਨੇ। ਜਿਹੜਾ ਉੱਥੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੋਇਆ, ਉਦੋਂ ਪਹਿਲਾਂ ਵਾਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਰਾਮਾ ਕੀਤਾ ਜੀ, ਉਹਦੇ ਵਿੱਚ ਸਾਰੇ ਮੈਂਬਰਾਂ ਨੂੰ ਸੱਦ ਕੇ ਖੜੇ ਕਰਵਾਏ ਗਏ ਕਿ ਇਹਨਾਂ ਬੰਦਿਆਂ ਨੂੰ ਪੰਥ ਚੋਂ ਛੇਕ ਦਿਓ। ਇਹ ਪਹਿਲੀ ਵਾਰੀ ਹੋਇਆ ਜੀ ਕਿ ਸੈਸ਼ਨ ਸੱਦਿਆ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੁੰਦੀ ਆ ਜੀ। ਇਹ ਬਿਨਾਂ ਹਜ਼ੂਰੀ ਤੋਂ ਜਿਹੜਾ ਜੀ ਕਰਵਾਇਆ ਗਿਆ। ਇਹਦੇ ਉੱਤੇ ਕਿਰਨਦੀਪ ਕੌਰ ਨੇ ਸਵਾਲ ਵੀ ਖੜਾ ਕੀਤਾ। ਉਹਨੇ ਇਹ ਵੀ ਕਿਹਾ ਕਿ ਇੱਕੋ ਇੱਕ ਮੈਂਬਰ ਸੀ ਜੀ ਜਿਹੜੀ ਮਾਸਟਰ ਤਾਰਾ ਸਿੰਘ ਦੀ ਦੋਹਤੀ, ਉਹਨੇ ਹੱਥ ਨਹੀਂ ਖੜਾ ਕੀਤਾ। ਉਹਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਨਾ ਲਿਆਂਦਾ ਜਾਵੇ। ਪਰ ਮੁਸ਼ਕਲ ਇਹ ਹੈ ਕਿ ਬਾਕੀ ਸਾਰੇ ਹੱਕ ਦੇ ਵਿੱਚ ਸੀਗੇ, ਇਸ ਕਰਕੇ ਲਿਆਂਦਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰਾਂ ਨੂੰ ਡਿਕਟੇਟ ਕਰ ਰਹੀ ਹੈ ਕਿ ਆਹ ਕਰ ਦਿਓ, ਤੇ ਉਹਨਾਂ ਨੇ ਨਾਲ ਦੀ ਨਾਲ ਪਹਿਲਾਂ ਹੀ ਜਿਹੜਾ ਟਾਈਪ ਕੀਤਾ ਹੋਇਆ ਸਮਾਨ ਸੀਗਾ ਉਹ ਲਿਆ ਕੇ ਮੂਹਰੇ ਧਰ ਦਿੱਤਾ ਕਿ ਇਹਦੇ ਵਿੱਚ ਜੀ ਜਿਹੜੇ ਝੀਂਡਾ, ਨਲਵੀ ਤੇ ਚੱਠਾ ਜਿਹੜੇ ਨੇ ਜੀ ਉਹਨਾਂ ਨੂੰ ਛੇਕ ਦਿੱਤਾ ਪੰਥ ਦੇ ਵਿੱਚੋਂ। ਇਹ ਵੀ ਇੱਕ ਡਿਫਰੈਂਟ ਚੀਜ਼ ਹੋਈ ਕਿ ਮਿਸਟਰ ਚੱਠਾ ਜਿਹੜੇ ਕਿ ਪਤਿਤ ਕਹੇ ਜਾਂਦੇ ਨੇ ਉਹਨਾਂ ਨੂੰ ਵੀ ਛੇਕਿਆ ਗਿਆ। ਪਤਿਤ ਬੰਦੇ ਨੂੰ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਨਹੀਂ ਜਾ ਸਕਦਾ ਜੀ, ਇਹ ਛੇਕ ਦਿੱਤਾ ਗਿਆ। ਵੈਸੇ ਹੈਰਾਨਗੀ ਵਾਲੀ ਗੱਲ ਇਹ ਰਹੀ, ਕਈ ਲੋਕ ਚੁਟਕੀ ਲੈਂਦਿਆਂ ਵੀ ਕਹਿੰਦੇ ਨੇ ਕਿ ਕਿਤੇ ਜਥੇਦਾਰ ਸਾਹਿਬ ਨੇ ਇਹ ਨਹੀਂ ਕਰਤਾ, ਭੁਪਿੰਦਰ ਹੁੱਡਾ ਨੂੰ ਭੁਪਿੰਦਰ ਸਿੰਘ ਹੁੱਡਾ ਲਿਖ ਕੇ ਨਹੀਂ ਛੇਕ ਦਿੱਤਾ। ਕਿਉਂਕਿ ਜਿਸ ਕਾਹਲੀ ਦੇ ਵਿੱਚ ਇਹ ਫੈਸਲਾ ਜਿਹੜਾ ਲਿਆ ਗਿਆ, ਦੇਸ਼ ਵਿਦੇਸ਼ ਦੇ ਵਿੱਚ ਇਹਦੀ ਬਹੁਤ ਵੱਡੀ ਚਰਚਾ ਜਿਹੜੀ ਆ ਜੀ ਉਹ ਹੋ ਰਹੀ ਆ। ਔਰ ਰਿਐਕਸ਼ਨ ਜਿਹੜਾ ਜੀ ਉਹ ਬੜਾ ਜ਼ਿਆਦਾ ਨੈਗੇਟਿਵ ਜਥੇਦਾਰਾਂ ਦੇ ਖਿਲਾਫ ਔਰ ਅਕਾਲੀ ਦਲ ਬਾਦਲ ਦੇ ਖਿਲਾਫ ਜਿਹੜਾ ਜੀ ਜਾ ਰਿਹਾ। ਪਰ ਮੇਰਾ ਖਿਆਲ ਰਿਐਕਸ਼ਨ ਦੀ ਸ਼ਾਇਦ ਪਰਵਾਹ ਜਥੇਦਾਰ ਨਹੀਂ ਕਰਦੇ। ਬਿਲਕੁਲ। ਤੇ ਇਹਦੇ ਨਾਲ ਹੀ ਜਿਹੜੀ ਲੋਕੀ ਹੋਰ ਵੀ ਜਿਹੜੀਆਂ ਚੁਟਕੀਆਂ ਲੈ ਰਹੇ ਨੇ ਇਹਨਾਂ ਨੂੰ ਲੈ ਕੇ, ਕਈ ਜਣੇ ਤਾਂ ਇਹ ਕਹਿ ਰਹੇ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਛੇਕਣਾ ਸ਼ੁਰੂ ਕਰ ਦਿੱਤਾ ਆ, ਅਖੀਰ ਦੇ ਵਿੱਚ ਸ਼ਾਇਦ ਦੇ ਬਾਦਲ ਪਰਿਵਾਰ ਤੇ ਆਪ ਜਥੇਦਾਰ ਹੀ ਸ਼ਾਇਦ ਕੌਮ ਦੇ ਵਿੱਚ ਰਹਿ ਜਾਣਗੇ। ਸੋ ਬਹੁਤ ਹੀ ਇੱਕ ਮਾੜੀ ਜਿਹੜੀ ਇਹ ਗੱਲ ਆ ਇਹ ਵਾਪਰੀ ਆ। ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਪਾਸੋਂ ਇਸ ਦੀ ਜਿਹੜੀ ਨਿੰਦਾ ਆ ਉਹੀ ਹੋ ਰਹੀ ਆ। ਅਤੇ ਨਾਲ ਹੀ ਇਸ ਦੇ ਨਾਲ ਹੀ ਜਿਹੜੀ ਜੁੜੀ ਹੋਈ ਆਪਾਂ ਗੱਲਬਾਤ ਕਰਦੇ ਹਾਂ, ਇਕਬਾਲ ਸਿੰਘ ਹੁਣੀ ਜੋ ਕਿ ਉਹ
ਉਹਨਾਂ ਦੇ ਉੱਤੇ ਵੀ ਜਿਹੜੀ ਉਹਨਾਂ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਹਾਰ ਰਿਹਾ ਪੂਰੇ ਇਸ ਘਟਨਾਕ੍ਰਮ ਦੇ ਵਿੱਚ, ਉਸ ਦੇ ਉੱਤੇ ਵੀ ਜ਼ਰੂਰ ਦੱਸੋ ਵੀ ਇਹ ਕਿਸ ਤਰੀਕੇ ਦੇ ਨਾਲ ਜਥੇਦਾਰਾਂ ਦੇ ਵਿੱਚ ਆ ਕੇ ਸ਼ਾਮਿਲ ਹੋਏ। ਅਤੇ ਇਹ ਵੀ ਖਬਰਾਂ ਨੇ ਇਹਨਾਂ ਨੇ ਕਿਸੇ ਦੇ ਨਾਲ ਜਿਹੜਾ ਵੱਧ ਘੱਟ ਵੀ ਬੋਲੇ ਨੇ, ਹੱਥੋਂ ਪਾਈ ਤੱਕ ਵੀ ਨੌਬਤ ਆਉਣ ਦੀ ਗੱਲ ਹੋਈ। ਜੀ ਗਿਆਨੀ ਇਕਬਾਲ ਸਿੰਘ ਹੋਰੀ ਜਿਹੜੇ ਨੇ ਉਹ ਕੰਟਰੋਵਰਸ਼ੀਅਲ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ। ਤੁਹਾਨੂੰ ਯਾਦ ਹੋਣਾ ਉਹਨਾਂ ਨੇ ਉਹਨਾਂ ਦੇ ਮੁੰਡੇ ਦੇ ਨਾਲ ਜੋ ਪਟਨਾ ਸਾਹਿਬ ਦੇ ਵਿੱਚ ਇਹਨਾਂ ਨੇ ਕੀਤਾ ਸੀਗਾ, ਪੱਗਾਂ ਲੱਥੀਆਂ ਸੀ, ਉੱਥੇ ਸਿਰ ਪਾਟੇ ਸੀਗੇ। ਜੀ ਜੀ। ਪਟਨੇ ਦੇ ਵਿੱਚ ਜਿਹੜੀ ਕਮੇਟੀ ਆ ਜੀ ਉਹਨੇ ਗਿਆਨੀ ਇਕਬਾਲ ਸਿੰਘ ਹੋਰਾਂ ਨੂੰ ਸੁਰਖਰੂ ਕੀਤਾ ਹੋਇਆ ਅਹੁਦੇ ਤੋਂ, ਭਾਵੇਂ ਜਥੇਦਾਰ ਨਹੀਂ ਹੈਗੇ, ਉਹਨਾਂ ਨੇ ਨਵਾਂ ਜਥੇਦਾਰ ਥਾਪਿਆ ਹੋਇਆ। ਪਰ ਜਿਹੜੇ ਗਿਆਨੀ ਗੁਰਬਚਨ ਸਿੰਘ ਹੋਰੀ ਨੇ ਉਹਨਾਂ ਨੂੰ ਹੁਣ ਜਥੇਦਾਰੇ ਚਾਹੀਦੇ ਸੀਗੇ, ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਵੀ ਨਾਲ ਬਿਠਾ ਲਿਆ। ਜਦੋਂ ਉੱਥੇ ਕਮੇਟੀ ਨੇ ਲਾਇਆ ਹੋਇਆ ਜਿਹੜਾ ਬੰਦਾ ਉਹ ਜਥੇਦਾਰ ਉਸ ਤਖਤ ਦਾ ਹੈ ਹੀ ਨਹੀਂਗਾ, ਉਹਨੂੰ ਨਾਲ ਕਿਵੇਂ ਬਿਠਾ ਲਿਆ? ਇਹਦੇ ਬਾਰੇ ਗਿਆਨੀ ਗੁਰਬਚਨ ਸਿੰਘ ਹੋਰਾਂ ਤੋਂ ਜਿਹੜਾ ਸੀਗਾ ਜੀ ਉਹ ਪੁੱਛਿਆ ਗਿਆ ਕਿ ਇਹਨੂੰ ਕਿਵੇਂ ਨਾਲ ਜਿਹੜਾ ਜੀ ਤੁਸੀਂ ਬਿਠਾ ਲਿਆ, ਤਾਂ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਤਾਂ ਬਹੁਤਾ ਜਿਹੜਾ ਜਵਾਬ ਸੀਗਾ ਇਸ ਮਾਮਲੇ ਦੇ ਵਿੱਚ ਨਹੀਂ ਦਿੱਤਾ। ਇਹ ਕਿਹਾ ਕਿ ਇਹ ਵਾਦ-ਵਿਵਾਦ ਸੁਲਝ ਗਿਆ ਸੀਗਾ ਤੇ ਗਿਆਨੀ ਇਕਬਾਲ ਸਿੰਘ ਹੋਰੀ ਫੇਰ ਜਥੇਦਾਰ ਨੇ। ਜਦੋਂ ਪੱਤਰਕਾਰ ਜਿਹੜੇ ਸੀਗੇ ਗਿਆਨੀ ਇਕਬਾਲ ਸਿੰਘ ਹੋਰਾਂ ਦੇ ਵੱਲ ਹੋਏ ਔਰ ਉੱਥੇ ਧੱਕੇ ਮੁੱਕੇ ਜਿਹੜੇ ਨੇ ਜੀ ਉਹ ਮੀਡੀਆ ਵਾਲਿਆਂ ਨੂੰ ਮਾਰੇ ਗਏ, ਮੀਡੀਆ ਵਾਲਿਆਂ ਨੂੰ ਉੱਥੇ ਜਿਹੜਾ ਜੀ ਧਰਨਾ ਵੀ ਦੇਣਾ ਪਿਆ। ਉਹਨਾਂ ਨੇ ਪੁੱਛਿਆ ਗਿਆਨੀ ਇਕਬਾਲ ਸਿੰਘ ਨੂੰ ਕਿ ਜਿਹੜੇ ਤੁਹਾਡੇ ਕੋਲੇ 3 ਪਾਸਪੋਰਟ ਨੇ, ਇਹਨਾਂ 3 ਪਾਸਪੋਰਟ ਦੇ ਵਿੱਚ ਤੁਹਾਡੀਆਂ ਘਰ ਵਾਲੀਆਂ ਵੱਖੋ ਵੱਖਰੀਆਂ ਨੇ, ਭਾਵ ਕਿ ਪਤਨੀਆਂ ਜਿਹੜੀਆਂ ਜੀ ਉਹਨਾਂ ਦਾ ਨਾਮ ਵੱਖਰਾ ਲਿਖਿਆ ਹੋਇਆ, 3 ਪਤਨੀਆਂ ਨੇ ਜਿਹੜੀਆਂ ਤੁਹਾਡੀਆਂ। ਗਿਆਨੀ ਇਕਬਾਲ ਸਿੰਘ ਨੂੰ ਪੁੱਛਿਆ ਗਿਆ, ਇਸੇ ਗੱਲ ਤੋਂ ਖਪਾ ਹੋ ਗਏ, ਤੱਤੇ ਹੋ ਗਏ ਔਰ ਇੱਥੋਂ ਤੱਕ ਕਹਿਤਾ ਕਿ ਇੱਕ ਪੱਤਰਕਾਰ ਦੇ ਉੱਤੇ ਮੈਂ 1-1 ਕਰੋੜ ਰੁਪਈਏ ਦੇ ਮਾਣਹਾਨੀ ਦਾ ਮੁਕੱਦਮਾ ਜਿਹੜਾ ਨਾ ਜੀ ਉਹ ਕਰੂੰਗਾ। ਮੇਰਾ ਖਿਆਲ ਜਥੇਦਾਰ ਸਾਹਿਬ ਇੱਥੇ ਜਿਹੜੇ ਉਹ ਭੁੱਲ ਰਹੇ ਨੇ ਕਿ ਜਦੋਂ ਤੁਹਾਡਾ ਕੋਈ ਮਾਣ ਹੀ ਨਹੀਂ ਕਰਦਾ ਤੇ ਹਾਨੀ ਤੁਸੀਂ ਕਾਹਦੀ ਕਿਸੇ ਦੀ ਜਿਹੜੀ ਉਹ ਕਰ ਸਕਦੇ ਹੋ। ਜਥੇਦਾਰ ਸਾਹਿਬ ਜਿਹੜੇ ਉਹ ਆਪਾ ਖੋ ਗਏ ਔਰ ਆਪਾਂ ਐਸਾ ਉਹਨਾਂ ਨੇ ਜਿਹੜਾ ਜੀ ਖੋਇਆ ਕਿ ਪੇਸ਼ੈਂਸ ਜਿਹੜੀ ਸੀ ਉਹਨਾਂ ਦੀ ਜਵਾਬ ਦੇ ਗਈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿਣ ਦੇ ਵਾਸਤੇ ਲੋਕਾਂ ਨੂੰ ਕਹਿਣ ਵਾਲੇ ਜਿਹੜੇ ਸਨ ਜੀ ਉਹ ਲੱਗਿਆ ਕਿ ਤਕਰੀਬਨ ਸਾਰੀ ਜਗ੍ਹਾ ਦੇ ਉੱਤੇ ਹੀ ਜਿਹੜੇ ਆਪ ਉਹਦੇ ਵਿੱਚ ਪੂਰੇ ਨੇ ਔਰ ਪੱਤਰਕਾਰਾਂ ਦੇ ਨਾਲ ਜਿਹੜੀ ਇਹ ਤੂੰ ਮੈਂ ਸੀਗੀ ਜੀ ਇਹ ਕਾਫੀ ਦੇਰ ਤੱਕ ਚੱਲਦੀ ਰਹੀ ਔਰ ਪੱਤਰਕਾਰਾਂ ਨੂੰ ਉੱਥੇ ਜੋ ਮੈਂ ਦੱਸਿਆ ਤੁਹਾਨੂੰ ਕਿ ਧਰਨਾ ਵੀ ਦੇਣਾ ਪਿਆ ਜੀ। ਜੀ ਬਿਲਕੁਲ। ਅਤੇ ਇਸੇ ਦੇ ਨਾਲ ਜੁੜੀ ਹੋਈ ਜਿਹੜੀ ਅਗਲੀ ਆਪਾਂ ਗੱਲ ਕਰਦੇ ਵੀ ਜਿਹੜੀ ਹਰਿਆਣਾ ਕਮੇਟੀ ਵਾਲੇ ਆ ਉਹਨਾਂ ਨੇ ਹੁਣ ਕੁਰੂਕਸ਼ੇਤਰ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਸੱਦੀ ਆ ਕਿ ਕੌਣ ਪਹੁੰਚ ਰਿਹਾ ਜੀ ਉੱਥੇ, ਤੇ ਤੁਹਾਨੂੰ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਇਹ ਅੱਗੇ ਗੱਲ ਵਧੇਗੀ? ਅੱਜ ਦੀ ਜਿਹੜੀ ਇਹ ਮੀਟਿੰਗ ਹੈ ਜੀ ਬੜੀ ਅਹਿਮ ਰਹੂਗੀ ਕਿਉਂਕਿ ਜਿਹੜੀ ਹਰਿਆਣੇ ਦੇ ਵਿੱਚ ਨਵੀਂ ਕਮੇਟੀ ਬਣੀ ਆ ਉਹਨੂੰ ਐਕਚੁਅਲੀ ਜਿਹੜੀਆਂ ਕੁਝ ਪ੍ਰੋਬਲਮ ਜਿਹੜੀਆਂ ਆਉਣ ਦੀ ਸੰਭਾਵਨਾ ਜਿਹਦੇ ਵੱਲ ਮੈਂ ਪਹਿਲਾਂ ਇਸ਼ਾਰਾ ਕੀਤਾ ਸੀਗਾ, ਟਕਰਾਓ ਵਾਲੀ ਜਿਹੜੀ ਸਥਿਤੀ ਆ ਉਹ ਬਣ ਜਾਣੀ ਆ ਹਰਿਆਣੇ ਦੇ ਵਿੱਚ। ਇੱਕ ਪਾਸੇ ਤਾਂ ਕਾਨੂੰਨ ਹੈ, ਐਕਟ ਬਣ ਗਿਆ, ਨਵੀਂ ਕਮੇਟੀ ਜਿਹੜੀ ਬਣ ਗਈ, ਉਧਰ ਜਿਹੜੇ ਬਾਦਲ ਦਲ ਜਿਹੜੀ ਇਹ ਕਮੇਟੀ ਹੈ ਜੀ SGPC ਉਹਨੇ ਆਪਣੀ ਟਾਸਕ ਫੋਰਸ ਜਿਹੜੀ ਹੈ ਨਾ ਜੀ ਉਹ ਭੇਜ ਦਿੱਤੀ ਆ ਹਰਿਆਣੇ ਦੇ ਵਿੱਚ ਕਿ ਇਉਂ ਭਾਈ ਅਸੀਂ ਕਬਜ਼ਾ ਨਹੀਂ ਲੈਣ ਦੇਣਾ ਗੁਰਦੁਆਰਿਆਂ ਦਾ ਜਾਂ ਗੋਲਕਾਂ ਦਾ ਜਿਹੜਾ ਜੀ। ਤੇ ਇਸ ਕਰਕੇ ਉੱਥੇ ਟਕਰਾਓ ਵਾਲੀ ਸਥਿਤੀ ਤਾਂ ਬਣ ਜਾਣੀ ਹੈ। ਅੱਜ ਕੁਰੂਕਸ਼ੇਤਰ ਦੇ ਵਿੱਚ ਜਿਹੜੀ ਹੰਗਾਮੀ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਆ, ਉਹਦੇ ਵਿੱਚ ਦਿਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ, ਹਰਿਆਣੇ ਦੇ ਵਿੱਤ ਮੰਤਰੀ ਹਰਮਿੰਦਰ ਸਿੰਘ ਚੱਠਾ ਜਿਹੜਾ ਜੀ ਇਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦੇ ਮੁੱਦੇ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਪਤਾ ਲੱਗਿਆ ਜੀ ਕਿ ਇਸ ਮੀਟਿੰਗ ਤੋਂ ਬਾਅਦ ਹੀ ਜਗਦੀਸ਼ ਸਿੰਘ ਝੀਂਡਾ ਤੇ ਦਿਦਾਰ ਸਿੰਘ ਨਲਵੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸੰਗਤ ਦੀ ਸਲਾਹ ਦੇ ਨਾਲ ਅਗਲਾ ਕਦਮ ਜਿਹੜਾ ਜੀ ਉਹ ਲਵਾਂਗੇ। ਅਗਲਾ ਕਦਮ ਜਿਹੜਾ ਉਹ ਕੀ ਹੋਊਗਾ, ਜੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੁੰਦੇ ਨੇ ਇਹ, ਤਾਂ ਇਹਦੇ ਵਿੱਚ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਕੱਲ ਇੱਕ ਗੱਲ ਜਿਹੜੀ ਆਖੀ ਸੀਗੀ ਕਿ ਅਸੀਂ ਦੇਖਾਂਗੇ ਇਹਨਾਂ ਦੇ ਪੇਸ਼ ਹੋਣ ਤੋਂ ਬਾਅਦ ਕਿ ਅੱਗੋਂ ਕੀ ਕਰਨਾ। ਜੇ ਮੰਨ ਲਓ ਉਹ ਮੁਆਫੀ ਮੰਗਦੇ ਨੇ, ਇਹ ਸ਼ਰਤ ਮੁਆਫੀ ਦੇ ਵਾਸਤੇ ਲਾਈ ਜਾਊਗੀ ਕਿ ਪਹਿਲਾਂ ਭੰਗ ਕਰਾਓ ਕਮੇਟੀ, ਉਹ ਤਾਂ ਹੁਣ ਕਾਨੂੰਨੀ ਰੂਪ ਅਖਤਿਆਰ ਕਰ ਚੁੱਕੀ ਹੈ, ਉਹਦੇ ਉੱਤੇ ਰਾਜਪਾਲ ਦੀ ਮੋਹਰ ਲੱਗ ਚੁੱਕੀ ਹੈ, ਉਹਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਪਾਸ ਕਰ ਚੁੱਕੀ ਹੈ, ਉਹਨੂੰ ਹੁਣ ਕੋਈ ਵਾਪਸ ਜਿਹੜਾ ਉਹ ਨਹੀਂ ਕਰਵਾ ਸਕਦਾ ਜੀ ਅਨਲੈਸ ਅਦਰਵਾਈਜ਼ ਜੇ ਪਾਰਲੀਮੈਂਟ ਦੇ ਵਿੱਚ ਜਾਂ ਕੇਂਦਰੀ ਗ੍ਰਹਿ ਮੰਤਰੀ ਜਿਹੜਾ ਜੀ ਉਹ ਇਹਦੇ ਸੰਬੰਧ ਵਿੱਚ ਸਿੱਧਾ ਦਖਲ ਨਾ ਦੇਵੇ। ਪਰ ਜਿਹੜਾ ਉਹਦੇ ਵਾਸਤੇ ਇੱਕ ਟੈਕਨੀਕਲ ਜਿਹੜੀ ਗੱਲ ਉਹ ਇਹ ਹੈ ਜੀ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਨੇ, ਸਿੱਖ ਵੋਟਰਾਂ ਦੇ ਵਾਸਤੇ ਰਿਸਕ ਜਿਹੜਾ ਭਾਰਤੀ ਜਨਤਾ ਪਾਰਟੀ ਨਹੀਂ ਲਊਗੀ ਮੇਰੇ ਚਾਚੇ। ਇਸ ਕਰਕੇ ਹੀ ਜਿਹੜੇ ਗ੍ਰਹਿ ਮੰਤਰੀ ਨੇ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਉਹ ਪਿਛਲੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਟਾਲਦੇ ਰਹੇ ਨੇ। ਤੇ ਇਹ ਕੁਰੂਕਸ਼ੇਤਰ ਵਾਲੀ ਜਿਹੜੀ ਅੱਜ ਵਾਲੀ ਮੀਟਿੰਗ ਆ ਇਹ ਬੜੀ ਅਹਿਮ ਰਹੂਗੀ ਕਿ ਇਹਦੇ ਵਿੱਚ ਕਿਹੋ ਜਿਹਾ ਫੈਸਲਾ ਜਿਹੜਾ ਜੀ ਉਹ ਸੰਗਤ ਲੈਂਦੀ ਆ ਉੱਥੋਂ ਦੀ ਹਰਿਆਣੇ ਦੀ, ਤੇ ਜਿਨ੍ਹਾਂ ਨੂੰ ਪੰਥ ਚੋਂ ਛੇਕਿਆ ਗਿਆ ਉਹਨਾਂ ਨੂੰ ਕੀ ਹੁਕਮ ਲਾਉਂਦੀ ਹੈ।
ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਸੇ ਦੇ ਨਾਲ ਹੀ ਜੁੜੀ ਹੋਈ ਆ ਮੀਟਿੰਗ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਜਨਰਲ ਮੀਟਿੰਗ ਕਹਿੰਦੇ ਆ ਜੀ ਬੁਲਵਾਈ ਸੀ ਇਹਨਾਂ ਨੇ, ਉਸ ਦੇ ਵਿੱਚ ਪ੍ਰਕਾਸ਼ ਬਾਦਲ ਜਿਹੜੇ ਪਹੁੰਚੇ ਉਹ ਕਹਿੰਦੇ ਜੀ ਭੁੱਬਾ ਮਾਰ ਮਾਰ ਰੋ ਰਹੇ ਸੀ ਤੇ ਕਾਫੀ ਚਰਚਿਤ ਹੋ ਰਿਹਾ ਇਹਨਾਂ ਦਾ ਇਹ ਰੋਣਾ। ਨਹੀਂ, ਇਹ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਰੋਏ ਨੇ ਜਿਹੜੀ ਚੰਡੀਗੜ੍ਹ ਹੋਈ ਹੈ। ਜੀ ਜੀ ਐਸਜੀਪੀਸੀ ਵਾਲੀ ਚ ਨਹੀਂ ਜੀ, ਉਹਦੇ ਵਿੱਚ ਨਹੀਂ ਇਹ ਗਏ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੇ ਦੱਸਣ ਵਾਲੇ ਨੇ ਜਾਂ ਜਿਹੜਾ ਇੱਕ ਪੱਤਰਕਾਰ ਨੇ ਉਹਨਾਂ ਨੇ ਵੀ ਹੱਦਾਂ ਬੰਨੇ ਸਾਰੇ ਹੀ ਲੰਘੇ ਨੇ ਚਾਪਲੂਸੀ ਦੇ। ਉਹ ਕਹਿੰਦੇ ਜੀ ਬੀਬੀ ਸੁਰਿੰਦਰ ਕੌਰ ਬਾਦਲ ਦੀ ਡੈਥ ਤੋਂ ਬਾਅਦ ਪਹਿਲੀ ਵਾਰੀ ਐਡੇ ਮੋਟੇ ਗਲੇਡੂ ਜਿਹੜੇ ਨੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਅੱਖਾਂ ਦੇ ਵਿੱਚ ਦੇਖੇ ਨੇ। ਕਹਿੰਦੇ ਕਿ ਉਹ ਭੁੱਬੀ ਮਾਰ ਕੇ ਰੋ ਪਏ। ਇਹ ਕਿਹਾ ਕਿ ਮੈਂ ਆਪਣੇ ਜਿਉਂਦੇ ਜੀ ਇਹ ਕਮੇਟੀ ਜਿਹੜੀ ਆ ਉਹ ਭੰਗ ਨਹੀਂ ਹੋਣ ਦੇਣੀ। ਫੇਸਬੁੱਕ ਦੇ ਉੱਤੇ ਇੱਕ ਜਿਹੜਾ ਕਮੈਂਟ ਆ ਨਾ ਜੀ ਉਹ ਬਹੁਤੀਆਂ ਗੱਲਾਂ ਕਹਿੰਦਾ ਕਿ ਬਾਦਲ ਸਾਹਿਬ ਜਦੋਂ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ ਉਦੋਂ ਵੀ ਭੁੱਬਾ ਮਾਰ ਕੇ ਨਾ ਰੋਏ। ਪੰਜਾਬ ਦੇ ਕਿੰਨੇ ਗੱਭਰੂ ਜਿਹੜੇ ਨੇ ਜੀ ਉਹ ਪੰਜਾਬ 'ਚ ਮਾੜੇ ਦਿਨਾਂ ਦੀ ਭੇਟ ਚੜ੍ਹ ਗਏ, ਬਾਦਲ ਸਾਹਿਬ ਉਦੋਂ ਵੀ ਨਾ ਰੋਏ। ਪੰਜਾਬ ਇਸ ਵੇਲੇ ਨਸ਼ਿਆਂ ਦੀ ਲਪੇਟ ਦੇ ਵਿੱਚ ਆ, ਹਰ ਘਰ 'ਚੋਂ ਹਰ 8 ਮਿੰਟ ਬਾਅਦ ਇੱਕ ਪੁੱਤ ਮਰ ਰਿਹਾ, ਬਾਦਲ ਸਾਹਿਬ ਉਦੋਂ ਵੀ ਨਾ ਰੋਏ। 300 ਕਰੋੜ ਦੀ ਗੋਲਕ ਜਾਂਦੀ ਦੀਂਦੀ ਹੈ ਤੇ ਬਾਦਲ ਸਾਹਿਬ ਭੁੱਬੀ ਰੋ ਰਹੇ ਨੇ। ਔਰ ਉਹਨਾਂ ਦਾ ਇਹ ਰੋਣਾ ਜਿਹੜਾ ਜੀ ਬੜਾ ਚਰਚਿਤ ਇਸ ਵੇਲੇ ਹੋ ਰਿਹਾ, ਖਾਸ ਤੌਰ ਦੇ ਉੱਤੇ ਸੋਸ਼ਲ ਨੈਟਵਰਕ ਜਿਹੜੀਆਂ ਸਾਈਟ ਨੇ ਜੀ ਉਹਦੇ ਉੱਤੇ ਜੋ ਕੁਝ ਚੱਲ ਰਿਹਾ ਇਸ ਵੇਲੇ ਤੁਸੀਂ ਵੀ ਪੜ੍ਹ ਰਹੇ ਹੋਣੇ ਆ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਕਹਿੰਦੇ ਨੇ ਕਿ ਮੈਂ ਜੇ ਕੇਂਦਰ ਦੀ ਸਰਕਾਰ ਦੇ ਵੱਲੋਂ ਮੈਨੂੰ ਖੈਰ ਨਾ ਪਾਈ ਗਈ, ਮੇਰੀ ਗੱਲ ਨਾ ਸੁਣੀ ਗਈ, ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ। ਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਮੁੱਖ ਮੰਤਰੀ ਬਣ ਕੇ ਜਾਣਗੇ, ਜਾਂ ਤਾਂ ਸਰਕਾਰ ਭੰਗ ਕਰੋ ਪੰਜਾਬ ਦੀ ਜਿਹੜੀ ਆ, ਦੁਬਾਰਾ ਇਲੈਕਸ਼ਨਾਂ ਦੀ ਗੱਲ ਜਿਹੜੀ ਹੈ ਜੀ ਉਹ ਕਰੋ ਇਸ ਮੁੱਦੇ ਦੇ ਉੱਤੇ, ਫਿਰ ਤਾਂ ਸਵਾਦ ਆਵੇ। ਜਿਹੜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਮੈਂ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦੀ ਦੇ ਦੇਵਾਂਗਾ ਜੇ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ। ਹੁਣ ਮੇਰਾ ਖਿਆਲ ਇਸ ਤਰੀਕ ਦਾ ਲੋਕ ਵੀ ਇੰਤਜ਼ਾਰ ਕਰ ਰਹੇ ਹੋਣਗੇ ਕਿ ਕਦੋਂ ਉਹ ਕਹਿੰਦੇ ਨੇ ਕਿ ਮੈਂ ਸ਼ਹੀਦੀ ਦੇਣੀ ਹੈ ਜਾ ਕੇ। ਜੀ 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 ਬਹੁਤ ਚਰਚਿਤ ਜਿਹੜੀ ਇਹ ਗੱਲ ਹੈ ਇਸ ਟਾਈਮ ਚੱਲ ਰਹੀ ਆ ਇਹਨਾਂ ਦੀਆਂ ਸਾਰੀਆਂ ਹੀ ਇਸੇ ਚੀਜ਼ ਨੂੰ ਲੈ ਕੇ। ਤੇ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਜਿਹੜਾ ਬਜਟ ਆ ਉਹ ਵੀ ਜਿਹੜਾ ਜੀ ਸਾਹਮਣੇ ਪੇਸ਼ ਕਰਤਾ, ਪਾਸ ਕਰਤਾ ਆ। ਦੂਜੇ ਪਾਸੇ ਨਾਲ ਹੀ ਜਿਹੜੀ ਇਸ ਕਮੇਟੀ ਦਾ ਆ ਉਹ ਵੀ ਜਿਹੜੀ ਚਰਚਾ ਬਹੁਤ ਜ਼ਿਆਦਾ ਨਾਲ ਚੱਲ ਰਹੀ ਆ। ਤੇ ਬਜਟ ਕਹਿੰਦੇ ਜੀ ਬੜਾ ਹੀ ਲਾਚਾਰ ਜਿਹਾ ਨਜ਼ਰ ਆ ਰਿਹਾ ਸੀ, ਬੜਾ ਹੀ ਘਾਟੇ ਵਾਲਾ ਬਜਟ ਸੀਗਾ। ਕੀ ਰਿਹਾ ਇਸ ਪੂਰੇ ਬਜਟ ਦੇ ਵਿੱਚ? ਕੁਝ ਵੀ ਨਹੀਂ ਹੈ ਜੀ ਬਜਟ ਦੇ ਵਿੱਚ, ਕੱਖ ਵੀ ਨਹੀਂ ਗਾ, ਬਿਲਕੁਲ ਦਿਸ਼ਾਹੀਣ ਜਿਹੜਾ ਬਜਟ ਨਾ ਜੀ ਪੰਜਾਬ ਦਾ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੇਸ਼ ਕੀਤਾ ਜੀ। ਇਹਦੇ ਵਿੱਚ ਕੁਝ ਵੀ ਨਹੀਂ ਗਾ ਜੀ, ਬੜਾ ਕੁਝ ਕਹਿਣ ਨੂੰ ਕਿਹਾ ਗਿਆ ਜੀ। ਸਕੂਲ ਸਿੱਖਿਆ ਲਈ 1859 ਕਰੋੜ ਰੁਪਈਏ ਰੱਖੇ ਗਏ ਨੇ। ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 161 ਕਰੋੜ ਰੁਪਈਏ, PAU ਨੂੰ 310 ਕਰੋੜ ਰੁਪਈਏ, ਸਿਹਤ ਦੇ ਵਾਸਤੇ 1022 ਕਰੋੜ ਰੁਪਈਏ, ਮੈਡੀਕਲ ਸਿੱਖਿਆ ਲਈ 200 ਕਰੋੜ ਰੁਪਈਏ, ਖੇਤੀ ਖੇਤਰ ਲਈ RKVY ਲਈ 500 ਕਰੋੜ ਰੁਪਈਏ, ਆਟਾ ਦਾਲ ਯੋਜਨਾ ਲਈ 400 ਕਰੋੜ ਰੁਪਈਆ, ਖੇਡਾਂ ਲਈ 33 ਕਰੋੜ ਰੁਪਈਏ ਤਾਂ ਹੈਗੇ ਨੇ, ਪਰ ਇਹ ਆਉਣੇ ਕਿੱਥੋਂ ਨੇ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ ਕਿ ਇਹ ਆਉਣਗੇ ਕਿੱਥੋਂ? ਜਿਹੜੇ ਸਟੂਡੈਂਟਸ ਨੂੰ ਟੈਬਲੇਟ ਦੇਣੇ ਸੀਗੇ ਜੀ ਉਹਦੇ ਬਾਰੇ ਹੱਥ ਪਿੱਛੇ ਖਿੱਚ ਰਿਹਾ, ਕਿਹਾ ਜੀ ਕਿ ਸਾਡੇ ਕੋਲੇ ਅਜੇ ਜਿਹੜਾ ਜੀ ਹੈ ਨੀ ਗਾ, ਪੈਸਾ ਨਹੀਂ ਹੈਗਾ। 1 ਲੱਖ ਕਰੋੜ ਰੁਪਈਏ ਤੋਂ ਉੱਪਰ ਜਿਹੜਾ ਜੀ ਘਾਟਾ ਚਲੇ ਜਾਣਾ ਵਿੱਤੀ ਜਿਹੜਾ ਚੱਲ ਰਿਹਾ ਸਾਲ ਆ ਇਹਦੇ ਐਂਡ ਤੱਕ। ਔਰ ਇਹ ਪੈਸੇ ਕਿੱਥੋਂ ਆਉਣਗੇ ਜੀ? ਉਹ ਸਵਾਲ ਜਿਹੜਾ ਅਜੇ ਵੀ ਖੜਾ ਹੈ। ਪਰਮਿੰਦਰ ਸਿੰਘ ਢੀਂਡਸਾ ਹੋਰੀ ਬੈਗ ਚੁੱਕ ਕੇ ਤਾਂ ਇਉਂ ਜਾ ਰਹੇ ਸਨ ਜਿਵੇਂ ਦਿੱਲੀ ਤੋਂ ਟਰੱਕ ਭਰ ਕੇ ਜਿਹੜੇ ਆਉਣੇ ਸੀਗੇ ਉਹ ਆ ਗਏ ਹੋਣ ਤੇ ਉਹਦੀ ਪਹਿਲੀ ਕਿਸ਼ਤ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਦੇਣ ਜਾ ਰਹੇ ਹੋਣ, ਪਰ ਵਿੱਚੋਂ ਨਿਕਲਿਆ ਉਹਦੇ ਕੱਖ ਵੀ ਨਹੀਂ ਜੀ। ਜਿਹੜਾ ਬਜਟ ਪੇਸ਼ ਕੀਤਾ ਲੱਗਦਾ ਨਹੀਂ ਉਹਦੇ ਉੱਤੇ ਬਹੁਤੀ ਕੋਈ ਮਿਹਨਤ ਜਿਹੜੀ ਆ ਕੀਤੀ ਗਈ। ਮਿਹਨਤ ਤਾਂ ਛੱਡੋ, ਬਿਲਕੁਲ ਹੀ ਦਿਸ਼ਾਹੀਣ ਜਿਹੜਾ ਬਜਟ ਆ ਜੀ ਉਹ ਪੰਜਾਬ ਦਾ ਆਇਆ। ਔਰ ਪੰਜਾਬ ਦੀ ਇੰਡਸਟਰੀ ਜਿਹੜੀ ਤਬਾਹ ਹੋ ਰਹੀ ਹੈ, ਉਹਨੂੰ ਜਿਹੜੀਆਂ ਆਸਾਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਟੁੱਟ ਗਈਆਂ ਨੇ ਇਸ ਬਜਟ ਤੋਂ। ਇਹੀ ਨਹੀਂ ਪਤਾ ਲੱਗ ਰਿਹਾ ਜੇ ਤੁਸੀਂ ਉਹਦੀ ਸਾਰੇ ਦੇ ਘੋਖ ਕਰਦੇ ਹੋ, ਉਹਨੂੰ ਪੜ੍ਹਦੇ ਹੋ ਕਿ ਉਹ ਸ਼ੁਰੂ ਕਿੱਥੋਂ ਕਰਦੇ ਨੇ, ਖਤਮ ਕਿੱਥੇ ਕਰਦੇ ਨੇ। ਜਿਹੜੀ ਕਦੀ ਕਿਸੇ ਗੱਲ ਨੂੰ ਫੜਦੇ ਨੇ, ਕਿਸੇ ਗੱਲ ਨੂੰ ਫੜਦੇ ਨੇ। ਤਕਰੀਬਨ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਮੈਂ ਪੜ੍ਹੀਆਂ ਨੇ ਤੜਕਸਾਰ ਤੋਂ ਉੱਠ ਕੇ, ਵੱਖ-ਵੱਖ ਅਖਬਾਰਾਂ ਦੇ ਐਡੀਟੋਰੀਅਲਸ ਵੀ ਪੜ੍ਹ ਲਏ ਜੀ, ਜਿਹਦੇ ਵਿੱਚ ਸਾਰਿਆਂ ਨੇ ਲਿਖਿਆ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਡਿਜ਼ਰਵ ਵੀ ਕਰਦੇ ਨੇ ਵਿੱਤ ਮੰਤਰੀ ਰਹਿਣਾ। ਵਿੱਤ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਉਹ ਬਜਟ ਪੇਸ਼ ਕਰਨ ਜਾ ਰਿਹਾ ਹੈ ਜਾਂ 90 ਮਿੰਟ ਦਾ ਇੱਕ ਲੰਮਾ ਚੌੜਾ ਉਕਾਊ ਭਾਸ਼ਣ ਜਿਹੜਾ ਉਹ ਦੇਣ ਜਾ ਰਿਹਾ ਜੀ। ਕੱਖ ਵੀ ਨਹੀਂ ਗਾ ਜੀ ਹੈਗਾ ਇਸ ਬਜਟ ਦੇ ਵਿੱਚ। ਦਿਸ਼ਾਹੀਣ ਬਜਟ ਹੈ। 1 ਸਾਲ ਦੇ ਵਾਸਤੇ ਹੋਰ 21 ਪਲਾਹੀ ਹੱਥ ਪੈਰ ਜਿਹੜੇ ਉਹ ਮਾਰਨੇ ਪੈਣਗੇ
ਸਰਕਾਰ ਕਹਿੰਦੀ ਆ ਵੇਖੋ ਜੀ ਅਸੀਂ ਟੈਕਸ ਇਹਦੇ ਵਿੱਚ ਕੋਈ ਨਹੀਂ ਨਵਾਂ ਲਾਇਆ, ਟੈਕਸ ਲਾਉਣ ਨੂੰ ਥਾਂ ਹੀ ਕੋਈ ਨਹੀਂ ਛੱਡੀ, ਸਾਰੇ ਜਗ੍ਹਾ ਦੇ ਉੱਤੇ ਟੈਕਸ ਹੀ ਟੈਕਸ ਤਾਂ ਥੋਪ ਦਿੱਤੇ ਗਏ ਨੇ। ਟੈਕਸ ਲਾਉਣਾ ਹੋਰ ਕਿੱਥੇ ਸੀਗਾ ਜੀ, ਇਦੋਂ ਵੱਧ ਹੋਰ ਟੈਕਸ ਕਿੱਥੇ ਲਾਉਣਾ ਸੀਗਾ। ਇਸ ਕਰਕੇ ਸਰਕਾਰ ਕਹਿੰਦੀ ਹੈ ਕਿ ਇਹ ਟੈਕਸ ਤੋਂ ਬਿਨਾਂ ਵਾਲਾ ਬਜਟ ਹੈ, ਜਦੋਂ ਕਿ ਵਿਰੋਧੀ ਧਿਰ ਕਹਿੰਦੀ ਹੈ ਜੀ ਕਿ ਇਹਦੇ ਵਿੱਚ ਕੱਖ ਵੀ ਨਹੀਂ ਹੈਗਾ। ਜੀ 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 ਬਿਲਕੁਲ। ਅਤੇ ਕਾਫੀ ਲੋਕ ਇਹ ਵੀ ਜਿਹੜੀਆਂ ਟਿੱਪਣੀਆਂ ਆ ਉਹ ਇੱਥੇ ਕਰ ਰਹੇ ਆ ਵੀ ਜਿਹੜਾ ਇਹ ਇਸ ਟਾਈਮ ਮਸਲਾ ਦੂਸਰੇ ਪਾਸੇ ਕਮੇਟੀ ਵਾਲਾ ਨਾਲ ਦੇ ਨਾਲ ਭਖ ਰਿਹਾ ਆ, ਇਹ ਸ਼ਾਇਦ ਬਜਟ ਤੋਂ ਜਿਹੜਾ ਉਹ ਲੋਕਾਂ ਦੀਆਂ ਅੱਖਾਂ ਪਰੇ ਕਰਨ ਦੇ ਲਈ ਹੋ ਸਕਦਾ ਆ। ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਵਿਰੋਧੀ ਧਿਰ ਜਿਹੜੀ ਆ ਉਹਨੇ ਜਿਹੋ ਜਿਹਾ ਹੋਮਵਰਕ ਕਿਹਾ ਜਾਂਦਾ ਹੈ ਕਿ ਉਹਨੇ ਜਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਨਾ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ, ਜੀ ਬਿਲਕੁਲ ਧਿਆਨ ਜਿਹੜਾ ਜੀ ਉਹ ਡਾਈਵਰਟ ਹੋ ਗਿਆ। ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜਿਹੜੇ ਲੋਕ ਇਸ ਤਰੀਕੇ ਨਾਲ ਸੋਚਦੇ ਨੇ, ਇਹ ਬਾਦਲ ਸਾਹਿਬ ਦਾ ਜਿਹੜਾ ਡਰਾਮਾ ਹੈ ਨਾ ਜੀ, ਦਿੱਲੀ ਜਾ ਕੇ ਬਹਿ ਜਾਣਾ, ਕੀ ਪੰਜਾਬ ਜਿਹੜਾ ਹੈ ਉਹ ਕੋਈ ਅਹਿਮੀਅਤ ਨਹੀਂ ਰੱਖਦਾ? ਉਹਨਾਂ ਨੂੰ ਬਜਟ ਦੇ ਮੌਕੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਨਹੀਂ ਸੀ ਰਹਿਣਾ ਚਾਹੀਦਾ? ਇਹ ਅਜੀਬੋ ਗਰੀਬ ਗੱਲ ਹੈ ਕਿ ਮੁੱਖ ਮੰਤਰੀ ਹੈ ਹੀ ਨਹੀਂ ਤੇ ਪੰਜਾਬ ਦਾ ਬਜਟ ਜਿਹੜਾ ਜੀ ਉਹ ਪੇਸ਼ ਕੀਤਾ ਜਾ ਰਿਹਾ। ਸੁਨੀਲ ਜਾਖੜ ਹੋਰਾਂ ਨੇ ਇਹਦੇ ਬਾਰੇ ਪੁੱਛਿਆ ਤੇ ਸਪੀਕਰ ਨੇ ਸਫਾਈ ਦਿੱਤੀ ਕਿ ਏਦਾਂ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਸਿਲਸਿਲੇ ਦੇ ਵਿੱਚ ਉਹ ਦਿੱਲੀ ਗਏ ਹੋਏ ਨੇ, ਹਰਿਆਣੇ ਜਿਹੜੇ ਦਿੱਲੀ ਦੇ ਲੀਡਰ ਨੇ ਉਹਨਾਂ ਨੂੰ ਮਿਲਣ ਦੇ ਵਾਸਤੇ। ਇਹਦਾ ਮਤਲਬ ਇਹ ਆ ਜਿਹੜੇ ਲੋਕਾਂ ਨੇ ਚੁਣ ਕੇ ਤੁਹਾਨੂੰ ਸੂਬੇ ਲਈ ਬਣਾਇਆ ਹੋਇਆ ਉਹਦੇ ਵਾਸਤੇ ਤੁਹਾਡੇ ਕੋਲੇ ਕੁਝ ਨਹੀਂ ਹੈਗਾ। ਤੁਸੀਂ ਤਾਂ ਫਿਰ ਰਹੇ ਹੋ ਕਿ ਉੱਥੋਂ ਜਿਹੜੀ ਗੋਲਕ ਆ ਉਹ ਕਿਸੇ ਤਰੀਕੇ ਦੇ ਨਾਲ ਨਾ ਚਲੀ ਜਾਵੇ। ਇਹ ਸੁਹਿਰਦਤਾ ਜਿਹੜੀ ਆ ਇਹ ਸਾਰਿਆਂ ਦੇ ਸਾਹਮਣੇ ਆ। ਜੇ ਪੰਜਾਬੀ ਹੁਣ ਵੀ ਨਾ ਉੱਠਣਗੇ, ਜੇ ਹੁਣ ਪੰਜਾਬੀ ਹੁਣ ਵੀ ਨਾ ਜਾਗਣਗੇ, ਤਾਂ ਫਿਰ ਇਹੀ ਕਿਹਾ ਜਾ ਸਕਦਾ ਜੀ ਕਿ ਇੱਥੇ ਤਾਂ ਰੱਬ ਵੀ ਰਾਖਾ ਨਹੀਂ ਹੋਊਗਾ ਪੰਜਾਬ ਦਾ ਜੀ। ਜਿਹੋ ਜਿਹੇ ਹਾਲਾਤ ਦੇ ਉੱਤੇ ਇਹਨਾਂ ਨੇ ਪੰਜਾਬ ਨੂੰ ਲਿਆ ਕੇ ਖੜਾ ਕਰ ਦਿੱਤਾ ਜੀ ਬਾਦਲ ਦੀ ਸਰਕਾਰ ਨੂੰ। ਜੀ 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 ਬਿਲਕੁਲ। ਹਾਲਾਤਾਂ ਦੀ ਗੱਲ ਕਰਦੇ ਹਾਂ, ਬਿਜਲੀ ਤੇ ਪਾਣੀ ਦੀ ਸਮੱਸਿਆ ਕਾਫੀ ਵੱਡੀ ਜਿਹੜੀ ਇਸ ਟਾਈਮ ਬਣੀ ਹੋਈ ਆ, ਚਾਹੇ ਕਿਸਾਨ ਆ ਤੇ ਚਾਹੇ ਆਮ ਲੋਕ ਆ, ਉੱਥੇ ਉਹਨਾਂ ਨੂੰ ਲੈ ਕੇ ਤਾਂ ਇਸੇ ਚੀਜ਼ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਵਾਕਆਊਟ ਜਿਹੜਾ ਆ ਕੀਤਾ ਗਿਆ ਬਿਜਲੀ ਪਾਣੀ ਦੀ ਸਮੱਸਿਆ ਨੂੰ ਲੈ ਕੇ। ਕਿੱਦਾਂ ਰਿਹਾ ਇਹ ਪੂਰੀ ਗੱਲ? ਜੀ ਬਿਜਲੀ ਜਿਹੜੀ ਆ ਜੀ ਉਹਦੇ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਜੀ ਪੰਜਾਬ ਦੇ ਇਸ ਵੇਲੇ। ਜਿਹੜੀ ਇੰਡਸਟਰੀ ਆ ਉਹਦੇ ਉੱਤੇ 12 ਘੰਟੇ ਦਾ ਜਬਰੀ ਕੱਟ ਜਿਹੜਾ ਉਹ ਠੋਕ ਦਿੱਤਾ ਗਿਆ ਜੀ। ਛੋਟੀ ਇੰਡਸਟਰੀ ਦੇ ਉੱਤੇ ਵੀ ਵੱਡੀ ਇੰਡਸਟਰੀ ਦੇ ਉੱਤੇ ਪਹਿਲਾਂ ਹੀ ਲੱਗਿਆ ਹੋਇਆ। ਛੋਟੀ ਇੰਡਸਟਰੀ ਦੀ ਪ੍ਰੋਬਲਮ ਇਹ ਆਉਂਦੀ ਹੈ ਜੀ ਕਿ ਦਿਨ ਦੇ ਸਮੇਂ ਇਹ ਲੋਕ ਕੰਮ ਕਰਦੇ ਨੇ, ਹੁਣ ਰਾਤਾਂ ਝਾਕ ਕੇ ਉਹਨਾਂ ਨੂੰ ਜਿਹੜਾ ਜੀ ਕੰਮ ਹੈ ਉਹ ਕਰਨਾ ਪਊਗਾ। ਰਾਤ ਨੂੰ ਵੀ ਜਿੰਨੀ ਬਿਜਲੀ ਟ੍ਰਿਪ ਕਰਦੀ ਹੈ, ਕਦੀ ਆ ਗਈ ਕਦੀ ਚਲੇਗੀ, ਕੰਮ ਜਿਹੜਾ ਜੀ ਉਹ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਹੋ ਰਿਹਾ ਜੀ। ਇਹਨੂੰ ਲੈ ਕੇ ਔਰ ਪਾਣੀ ਦੇ ਮੁੱਦੇ ਨੂੰ ਲੈ ਕੇ ਜਿਹੜੀ ਵਿਰੋਧੀ ਧਿਰ ਕਾਂਗਰਸ ਹੈ ਉਹਨੇ ਵਾਕਆਊਟ ਕੀਤਾ ਔਰ ਉਹ ਵਿਧਾਨ ਸਭਾ ਛੱਡ ਕੇ ਚਲੇ ਗਏ। ਇਹ ਗੱਲ ਜਿਹੜੀ ਹੈ ਨਾ ਜੀ ਇਹ ਸਮਝ ਤੋਂ ਪਰੇ ਵਾਲੀ ਹੈ ਕਿ ਵਿਰੋਧੀ ਧਿਰ ਦਾ ਇਹ ਰੋਲ ਕੀ ਹੋਇਆ ਕਿ ਤੁਸੀਂ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਏ ਤੇ ਵਾਕਆਊਟ ਕਰਕੇ ਬਾਹਰ ਚਲੇ ਗਏ। ਇਹਦਾ ਮਤਲਬ ਤੁਸੀਂ ਸਵਾਲ ਨਹੀਂ ਤਿਆਰ ਕਰਕੇ ਲਿਆਏ। ਸਵਾਲਾਂ ਵਾਲੇ ਮਾਮਲੇ ਦੇ ਉੱਤੇ ਸਰਕਾਰ ਨੂੰ ਘੇਰੋ। ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਤੁਹਾਨੂੰ ਵਿਰੋਧੀ ਧਿਰ ਦਾ ਰੋਲ ਦਿੱਤਾ, ਇਸ ਕਰਕੇ ਦਿੱਤਾ ਕਿ ਸਰਕਾਰ ਦੇ ਗਲਤ ਫੈਸਲਿਆਂ ਦੇ ਵਿਰੋਧ ਦੇ ਵਿੱਚ ਬੋਲੋ। ਵਾਕਆਊਟ ਕਰਨਾ ਜਿਹੜਾ ਇਹ ਕਿਸੇ ਸਮੱਸਿਆ ਦਾ ਹੱਲ ਨਹੀਂ ਆ। ਵਾਕਆਊਟ ਕਰਨਾ ਮਤਲਬ ਇਹ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹਨੂੰ ਚੰਮਦੀਆਂ ਚਲਾਉਣ ਦਾ ਮੌਕਾ ਜਿਹੜਾ ਉਹ ਦੇਈ ਚੱਲੋ। ਉਹ ਚੰਮਦੀਆਂ ਜਿਹੜੀਆਂ ਉਹ ਚਲਾ ਰਹੀ ਹੈ। ਵਿਰੋਧੀ ਧਿਰ ਦਾ ਇਹ ਬਿਲਕੁਲ ਨੈਗੇਟਿਵ ਰੋਲ ਹੈ ਜੀ ਇਸ ਪੱਖੋਂ। ਉਹਨੂੰ ਜਿਹੜਾ ਉਹਦਾ ਵਾਕਆਊਟ ਕਰ ਦੇਣਾ ਚਾਹੇ। ਬੇਸ਼ੱਕ ਇਸ ਵੇਲੇ ਭਖਵੇਂ ਮੁੱਦੇ ਨੇ, ਬਿਜਲੀ ਵਾਲਾ ਮੁੱਦਾ, ਪਾਣੀ ਵਾਲਾ ਮੁੱਦਾ, ਬਾਹਰ ਆ ਕੇ ਫਿਰ ਉਹਨਾਂ ਦੀ ਸਿਹਤ ਦੇ ਉੱਤੇ ਕੀ ਅਸਰ ਪਊਗਾ ਜੀ ਸਰਕਾਰ ਦੇ? ਕੁਝ ਵੀ ਨਹੀਂ ਜੀ। ਬਿਲਕੁਲ, ਕਿਉਂਕਿ ਇਹਨਾਂ ਨੇ ਕੁਛ ਚਿਰ ਪਹਿਲਾਂ ਹੀ ਜਿਹੜੇ ਜੀ ਕਾਂਗਰਸ ਵਾਲੇ ਕਹਿੰਦੇ ਸੀ ਵੀ ਅਸੀਂ ਸਰਕਾਰ ਨੂੰ ਜਿਹੜਾ ਜੀ ਘੇਰਨਾ ਹੈ, ਪਰ ਇਹ ਵੀ ਕਹਿੰਦੇ ਆ ਜੀ ਜਲਦੀ ਛੁੱਟੀ ਹੋਵੇ ਵਿਧਾਨ ਸਭਾ 'ਚੋਂ ਤੇ ਘਰਾਂ ਨੂੰ ਜਾਈਏ ਤੇ ਅਸੀਂ ਜੇ ਕਿਤੇ ਘਰੇ ਜਨਰੇਟਰ ਲੱਗੇ ਤਾਂ ਉੱਥੇ ਜਾ ਕੇ ਪਾਣੀ ਦੇ ਵਿੱਚ ਬੈਠੀਏ ਤੇ ਠੰਡੀਆਂ ਹਵਾਵਾਂ ਉੱਥੇ ਲਈਏ। ਅਗਲੀ ਆਪਾਂ ਜਿਹੜੀ ਜੀ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਆ, ਉਹਨਾਂ ਨੂੰ ਲੈ ਕੇ ਸਿੱਖਿਆ ਮੰਤਰੀ ਤੋਂ ਕਾਫੀ ਨਿਰਾਸ਼ਾ ਰਹੀ ਹੈ ਜੀ। ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਸਵਾਲ ਪੁੱਛੇ ਗਏ ਪਰ ਕਹਿੰਦੇ ਜੀ ਕੋਈ ਗੱਲਬਾਤ ਜੀ ਨਹੀਂ ਬਣੀ ਉਹਨਾਂ ਕੋਲ। ਹੁਣ ਤੱਕ ਤਾਂ ਇਹ ਸੀਗਾ ਜੀ ਕਿ ਪਹਿਲਾਂ ਤਾਂ ਸਾਨੂੰ ਇਹ ਹੁੰਦਾ ਸੀਗਾ ਕਿ ਸਿੱਖਿਆ ਮੰਤਰੀ ਤੋਂ ਆਸ ਕੋਈ ਨਹੀਂ ਸੀ ਕਿਉਂਕਿ ਉਹ ਬਹੁਤ ਘੱਟ ਪੜ੍ਹੇ ਲਿਖੇ ਜਿਹੜੇ ਆ ਜੀ ਉਹ ਆਉਂਦੇ ਰਹੇ ਨੇ। ਹੁਣ ਇਹ ਕਿਹਾ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ ਕਿ ਦੇਖੋ ਜੀ ਜਿਹੜਾ ਸਿੱਖਿਆ ਮੰਤਰੀ ਆ ਉਹ ਅਸੀਂ ਪੜ੍ਹੇ ਲਿਖੇ ਜਿਹੜੇ ਜਿਨ੍ਹਾਂ ਦੇ ਨਾਮ ਦੇ ਮੂਹਰੇ ਡਾਕਟਰ ਵੀ ਲੱਗਦਾ, ਡਾਕਟਰ ਚੀਮਾ ਜਿਹੜੇ ਨੇ ਨਾ ਜੀ ਉਹ ਨਾਂ ਦਿੱਤੇ ਨੇ। ਪਰ ਸਹੀ ਜਵਾਬ ਨਾ ਮਿਲਣ ਤੋਂ ਜਿਹੜੀ ਵਿਰੋਧੀ ਧਿਰ ਆ ਉਹਨੇ ਹੰਗਾਮਾ ਜਿਹੜਾ ਕੀਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਹਿਰੀ ਖੇਤਰ ਦੇ ਸਕੂਲਾਂ ਦੇ ਬੱਚਿਆਂ ਦੇ ਮਾਮਲੇ ਦੇ ਉੱਤੇ ਹਾਕਮ ਤੇ ਵਿਰੋਧੀ ਧਿਰਾਂ ਜਿਹੜੀਆਂ ਉਹ ਉਲਝੀਆਂ ਨੇ। ਤਰਲੋਚਨ ਸਿੰਘ ਜਿਹੜੇ ਵਿਧਾਇਕ ਨੇ ਉਹਨਾਂ ਨੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦਲਿਤ ਬੱਚਿਆਂ ਦੀ ਮੈਰਿਟ ਦੀ ਸੂਚੀ ਬਾਰੇ ਜਾਣਕਾਰੀ ਮੰਗੀ ਤਾਂ ਸਿੱਖਿਆ ਮੰਤਰੀ ਜਿਹੜੇ ਸੀਗੇ ਜੀ ਉਹਨਾਂ ਨੇ ਇੱਕ ਹੋਰ ਹੀ ਸੂਚੀ ਜਿਹੜੀ ਸੀ ਉਹ ਲਿਆ ਕੇ ਉਹਨਾਂ ਨੂੰ ਦੇ ਦਿੱਤੀ, ਜਿਹਦੇ ਤੋਂ ਰੌਲਾ ਪੈ ਗਿਆ। ਔਰ ਜਿਹੜੇ
ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੇ ਵੀ ਇਹਦੇ ਵਿੱਚ ਜਿਹੜੀ ਗੱਲ ਆਖੀ ਕਿ ਮੰਤਰੀ ਜੀ ਇਹ ਤੁਹਾਡੇ ਤੋਂ ਨਹੀਂ ਪੁੱਛਿਆ ਜਾ ਰਿਹਾ, ਜਿਹੜਾ ਤੁਸੀਂ ਕਹਿ ਰਹੇ ਹੋ ਇਹ ਗਲਤ ਸੂਚੀ ਜਿਹੜੀ ਹੈ ਉਹ ਤੁਸੀਂ ਦੇ ਰਹੇ ਹੋ। ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ, ਉਹਨਾਂ ਨੂੰ ਇਹ ਕਿਹਾ ਗਿਆ ਜੀ ਇਸ ਸਵਾਲ ਦਾ ਜਵਾਬ ਜਿਹੜਾ ਦੁਬਾਰਾ ਤੋਂ ਤਿਆਰ ਕਰਕੇ ਲਿਆਇਓ, ਫਿਰ ਤੁਸੀਂ ਲਿਆ ਕੇ ਜਿਹੜਾ ਨਾ ਜੀ ਉਹ ਦਿਓ। ਇਹ ਮੰਦੜੇ ਹਾਲੀ ਜਿਹੜਾ ਪੰਜਾਬ ਦਾ ਸਿੱਖਿਆ ਖੇਤਰ ਆ ਨਾ ਜੀ, ਉਹਦੀ ਬਦਕਿਸਮਤੀ ਜਿਹੜੀ ਆ ਉਹ ਖਤਮ ਨਹੀਂ ਹੋ ਰਹੀ। ਇਹ ਕਿਹਾ ਜਾ ਸਕਦਾ ਜੀ ਇਸ ਮਾਮਲੇ ਦੇ ਉੱਤੇ, ਜਦੋਂ ਸਿੱਖਿਆ ਮੰਤਰੀ ਕੋਲੇ ਕੋਈ ਸਵਾਲ ਦਾ ਜਵਾਬ ਹੀ ਨਹੀਂ ਹੈਗਾ ਕਿਸੇ ਦਾ, ਤੇ ਕਿਹੋ ਜੀ ਦਿਸ਼ਾ ਜਿਹੜੀ ਆ ਜੀ ਉਹ ਦੇ ਸਕਦਾ ਪੰਜਾਬ ਦੀ ਸਿੱਖਿਆ ਨੂੰ। ਹਾਲਾਤ ਇੱਥੇ ਇਹ ਬਣੇ ਪਏ ਨੇ ਜੀ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ, 5ਵੀਂ ਪਾਸ ਕਰਕੇ ਜਦੋਂ 6ਵੀਂ ਦੇ ਵਿੱਚ ਬੱਚਾ ਜਾਂਦਾ, ਜਿਹੜੀ ਗੱਲ ਬਾਹਰ ਨਹੀਂ ਆ ਰਹੀ, ਜਿਹੜੀ ਰਿਐਲਿਟੀ ਹੈ, ਤਾਂ 6ਵੀਂ ਦੇ ਵਿੱਚ ਗਏ ਨੂੰ ਜਿਹੜੇ ਸਰਕਾਰੀ ਸਕੂਲਾਂ ਵਾਲੇ ਨੇ ਉਹ ਕਹਿੰਦੇ ਕਾਇਦਾ ਪੜ੍ਹ ਕੇ ਸੁਣਾ ਦੂਜੀ ਦਾ, ਉਹਨੂੰ ਉਹ ਵੀ ਪੜ੍ਹਨਾ ਨਹੀਂ ਆਉਂਦਾ, ਕਹਿੰਦੇ ਇਹਨੂੰ ਤਾਂ ਦੂਜੀ ਦਾ ਕਾਇਦਾ ਵੀ ਨਹੀਂ ਆਉਂਦਾ, ਇਸ ਕਰਕੇ ਇਹਦਾ 6ਵੀਂ ਦੇ ਵਿੱਚ ਦਾਖਲਾ ਕਿਵੇਂ ਹੋਵੇ। ਹੁਣ ਉੱਥੇ ਜਿਹੜੇ ਸਿੱਖਿਆ ਅਧਿਕਾਰੀ ਬੈਠੇ ਨੇ ਉਹ ਇਹ ਕਹਿੰਦੇ ਨੇ ਕਿ ਜੇ ਦੂਜੀ ਦਾ ਕਾਇਦਾ ਨਹੀਂ ਆਉਂਦਾ 6ਵੀਂ 'ਚ ਇਹਨੂੰ ਕਿਵੇਂ ਕਰੀਏ, ਜਦੋਂ ਕਿ ਸਰਕਾਰ ਦੀ ਪਾਲਿਸੀ ਇਹ ਹੈ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ। ਕਿਸੇ ਕੌਮ ਦਾ, ਕਿਸੇ ਮਜ਼ਹਬ ਦਾ, ਕਿਸੇ ਸੂਬੇ ਦਾ ਬੇੜਾ ਗਰਕ ਕਰਨਾ ਹੋਵੇ ਤਾਂ ਉਹਨੂੰ ਸਿੱਖਿਆ ਤੋਂ ਵਾਂਝਿਆ ਕਰ ਦਿਓ। ਇਹਦੇ ਵੱਲ ਨੂੰ ਕਦਮ ਜਿਹੜੇ ਨੇ ਉਹ ਪੰਜਾਬ ਨੇ ਪੂਰੇ ਪੁੱਟੇ ਹੋਏ ਨੇ ਪਿਛਲੇ ਸਾਲਾਂ 'ਚ। ਜੀ ਬਿਲਕੁਲ, ਇਸ ਵਿੱਚ ਕੋਈ ਜਿਹੜੇ ਜੀ ਦੋ ਰਾਏ ਨਹੀਂ ਆ। ਇੱਕ ਹੋਰ ਜਿਹੜੀ ਖਬਰ ਮਿਲ ਰਹੀ ਆ ਜੀ, ਫਰੀਦਕੋਟ ਦੀ ਜਿਹੜੀ ਫੌਜੀ ਛਾਉਣੀ ਉਸ ਦੇ ਵਿੱਚੋਂ ਕੋਈ ਬੰਬ ਬਣਾਉਣ ਦਾ ਸਮਾਨ, ਕੋਈ ਬੈਗ ਇਸ ਤਰੀਕੇ ਦਾ ਮਿਲਿਆ, ਕੀ ਰਿਹਾ ਇਸ ਪੂਰੀ ਖਬਰ ਦੇ ਪਿੱਛੇ? ਇਹਦੇ ਵਿੱਚ RDX ਜਿਹੜੀ ਆ ਜੀ ਉਹ ਕੁਛ ਮਿਲੀ ਦੱਸੀ ਜਾਂਦੀ ਆ, ਔਰ ਇਸ ਤੋਂ ਇਲਾਵਾ ਧਮਾਕਾ ਖੇਜ ਕੁਛ ਵਸਤਾਂ ਸਨ ਜੀ ਜਿਹੜੀਆਂ ਮਿਲੀਆਂ ਦੱਸੀਆਂ ਜਾਂਦੀਆਂ ਨੇ। ਇਹਦੇ ਵਾਸਤੇ ਇੱਕ ਵਿਅਕਤੀ ਜਿਹੜਾ ਜੀ ਉਹਦੀ ਭਾਲ ਕੀਤੀ ਜਾ ਰਹੀ ਹੈ, ਜਿਹਦਾ ਆਈ ਕਾਰਡ ਜਿਹੜਾ ਜੀ ਇਸ ਸਮਾਨ ਦੇ ਕੋਲੇ ਮਿਲਿਆ ਦੱਸਿਆ ਜਾਂਦਾ। ਬਾਕੀ ਅਜੇ ਡਿਟੇਲ ਜਿਹੜੀ ਆ ਜੀ ਆਉਣੀ ਬਾਕੀ ਹੈ। ਇਹਦੇ ਵਿੱਚ RDX ਜੋ ਮੈਂ ਦੱਸਿਆ ਤੇ ਕੁਛ ਧਮਾਕਾ ਕਰਨ ਵਾਲੀਆਂ ਜਿਹੜੇ ਸਮਾਨ ਸੀਗਾ ਜੀ, ਡੈਟੋਨੇਟਰ ਵਗੈਰਾ, ਉਹ ਮਿਲੇ ਦੱਸੇ ਜਾਂਦੇ ਨੇ ਜੀ। ਤੇ ਅਗਲੀ ਗੱਲ ਕਰਦੇ ਹਾਂ ਆਪਾਂ, ਸੈਂਟਰ ਵੱਲ ਰੁਖ ਕਰੀਏ, ਦਿੱਲੀ ਦੇ ਵੱਲ ਵਧੀਏ ਤਾਂ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਇਸ ਟਾਈਮ, ਜਿਹੜੀ ਉੱਥੇ ਦੀ ਵਿਧਾਨ ਸਭਾ ਦੀ ਸਰਕਾਰ ਆ ਜੋ ਕਿ ਇਸ ਟਾਈਮ ਨਹੀਂ ਹੈਗੀ, ਤੇ ਉੱਥੇ ਖਰੀਦੋ ਫਰੋਖਤ ਜਿਹੜੀ ਆ ਚੱਲ ਰਹੀ ਆ। BJP ਦੀ ਹੁਣ ਸੈਂਟਰ ਦੇ ਵਿੱਚ ਵੀ ਸਰਕਾਰ ਆ, ਦਿੱਲੀ ਵਿੱਚ ਵੀ ਉਹ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਆ, ਤੇ ਇਹ ਦੱਸਿਆ ਜਾ ਰਿਹਾ ਵੀ BJP ਦੇ ਵੱਲੋਂ ਕਾਂਗਰਸ ਦੇ ਜਿਹੜੇ ਵਿਧਾਇਕ ਆ ਉਹਨਾਂ ਨੂੰ ਖਰੀਦਣ ਦਾ ਜਿਹੜਾ ਕੰਮ ਚੱਲ ਰਿਹਾ ਬੜੇ ਜ਼ੋਰਾਂ ਸ਼ੋਰਾਂ ਤੇ। ਕੀ ਖਬਰਾਂ ਇਸ ਚੀਜ਼ ਦੇ ਵਿੱਚ? ਕਿਹਾ ਜਾ ਰਿਹਾ ਜੀ ਕਿ ਇਸ ਮਾਮਲੇ ਦੇ ਉੱਤੇ ਤਾਂ ਸਹੁੰ ਵਗੈਰਾ ਦੀਆਂ ਤਿਆਰੀਆਂ ਜਿਹੜੀਆਂ ਉਹ ਵੀ ਹੋ ਚੁੱਕੀਆਂ ਹੋਈਆਂ ਨੇ। ਜਗਦੀਸ਼ ਮੁਖੀ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ, ਉਹ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਮੂਹਰਲੀ ਕਤਾਰ ਜਿਹੜੇ ਉਹ ਦੱਸੇ ਜਾ ਰਹੇ ਨੇ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਵਿਧਾਇਕ ਨੇ ਉਹ ਲਗਾਤਾਰ ਸੰਪਰਕ ਦੇ ਵਿੱਚ ਨੇ, ਕਾਂਗਰਸੀ ਵਿਧਾਇਕ ਜਿਹੜੇ ਬਹੁਤੇ। ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦੋਸ਼ ਜਿਹੜਾ ਜੀ ਲਾਇਆ ਗਿਆ, ਇੱਕ ਰਿਕਾਰਡਡ ਸੁਨੇਹਾ ਜਿਹੜਾ ਅਰਵਿੰਦ ਕੇਜਰੀਵਾਲ ਦਾ ਉਹ ਦਿੱਲੀ ਵਾਲਿਆਂ ਨੂੰ ਸੁਣਾਈ ਜਿਹੜਾ ਪੈ ਰਿਹਾ ਫੋਨ ਦੇ ਉੱਤੇ ਕਿ ਤੁਹਾਡੇ ਵਿਧਾਇਕ ਜਿਹੜੇ ਨੇ ਉਹ ਖਰੀਦੇ ਜਾ ਰਹੇ ਨੇ, ਖਰੀਦੇ ਹੋਏ ਵਿਧਾਇਕ ਜਿਹੜੇ ਨੇ ਉਹ ਤੁਹਾਡੇ ਹੱਕਾਂ ਦੇ ਵਾਸਤੇ ਕਿਵੇਂ ਖੜੋਣਗੇ, ਉਹਦੇ ਤੋਂ ਤੁਸੀਂ ਇਮਾਨਦਾਰ ਸਰਕਾਰ ਦੀ ਝਾਕ ਜਿਹੜੀ ਉਹ ਕਿਵੇਂ ਰੱਖੋਗੇ। BJP ਨੂੰ ਇਸ ਗੱਲ ਦਾ ਪਤਾ ਹੈ ਕਿ ਦਿੱਲੀ ਦੇ ਵਿੱਚ ਜੇਕਰ ਚੋਣਾਂ ਹੋਈਆਂ ਤਾਂ ਲੋਕਾਂ ਦੇ ਅੱਛੇ ਦਿਨ ਆਏ ਨੇਗੇ, ਇਸ ਕਰਕੇ ਉੱਥੇ BJP ਨੂੰ ਖੈਰ ਨਹੀਂ ਪੈਣੀ। ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਜਾਦੂ ਹੈ ਉਹ ਨਿਰੰਤਰ ਦਿਨੋਂ ਦਿਨ ਜਿਹੜਾ ਉਹ ਘਟਦਾ ਤੁਰਿਆ ਜਾਂਦਾ ਕੁਝ ਦਿਨਾਂ ਦੇ ਵਿੱਚ ਹੀ। ਅਜੇ 3-4 ਦਿਨ ਪਹਿਲਾਂ ਹੀ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ ਪੁੱਛਿਆ ਸੀ ਕਿ 49 ਦਿਨ ਮੋਦੀ ਦੀ ਸਰਕਾਰ ਨੂੰ ਵੀ ਹੋ ਗਏ, ਦੱਸੋ 49 ਦਿਨਾਂ ਦੀ ਸਾਡੀ ਸਰਕਾਰ ਚੰਗੀ ਸੀ ਜਾਂ ਮੋਦੀ ਦੀ। ਇਸ ਕਰਕੇ BJP ਇਹ ਸੋਚਦੀ ਹੈ ਕਿ ਅਜੇ 4.5 ਸਾਲ ਪਏ ਨੇ ਅਗਲੀਆਂ ਚੋਣਾਂ ਦੇ ਵਾਸਤੇ, ਜੇ ਸਰਕਾਰ ਬਣ ਜਾਂਦੀ ਹੈ ਦਿੱਲੀ ਦੇ ਵਿੱਚ, ਤੇ ਉਦੋਂ ਤੱਕ ਲੋਕੀ ਭੁੱਲ ਭੁਲਾ ਜਾਣਗੇ ਕਿ ਕਿਹੜੇ ਵਿਧਾਇਕ ਕਿੰਨੇ ਦੇ ਵਿੱਚ ਜਿਹੜੇ ਉਹ ਖਰੀਦੇ ਗਏ ਸਨ। ਦਿੱਲੀ ਦੇ ਵਿੱਚ ਕਾਂਗਰਸੀ ਜਿਹੜੇ ਵਿਧਾਇਕ ਨੇ ਉਹਨਾਂ ਨੂੰ 20-20 ਕਰੋੜ ਰੁਪਈਏ ਦੇ ਨਾਲ ਖਰੀਦਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਇਸ ਵੇਲੇ ਚੱਲ ਰਹੀਆਂ ਨੇ। ਨਾਲ ਦੀ ਨਾਲ ਲਾਲ ਬੱਤੀ ਤੇ ਵੱਡੇ ਅਹੁਦਿਆਂ ਦੇ ਲਾਲਚ ਜਿਹੜੇ ਉਹ ਦਿੱਤੇ ਜਾ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ ਬ੍ਰਾਜ਼ੀਲ ਤੋਂ ਪਰਤਣ ਦਾ ਨਰਿੰਦਰ ਮੋਦੀ ਹੋਰਾਂ ਦਾ, ਤੇ ਉਦੋਂ ਬਾਅਦ ਇਹਦੇ ਉੱਤੇ ਮੋਹਰ ਜਿਹੜੀ ਆ ਜੀ ਉਹ ਲਗਾਈ ਜਾਊਗੀ, ਭਾਵ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ BJP ਦੇ ਵੱਲੋਂ ਵਿਧਾਇਕ ਖਰੀਦ ਕੇ ਬਣਾਈ ਜਾਊਗੀ ਜੀ। ਤੇ ਨਾਲ ਹੀ ਜਿਹੜੀ ਇਸ ਟਾਈਮ ਜਿਹੜੀਆਂ ਨੈਸ਼ਨਲ ਨਿਊਜ਼ ਆ ਉੱਥੇ ਕਈ ਜਗ੍ਹਾ ਦੇ ਉੱਤੇ ਜਿਹੜੇ ਕਿਤੇ ਜਿਹੜੇ ਦੇਖਣ ਨੂੰ ਮਿਲ ਰਿਹਾ ਆ ਵੀ BJP ਨੇ ਹੁਣ ਤੱਕ ਆਪਣੇ 50 ਦਿਨਾਂ ਦੇ ਵਿੱਚ ਹੀ 5 ਵੱਡੇ U-ਟਰਨ ਜਿਹੜੇ ਆ ਜੀ ਮਾਰਤੇ ਆਪਣੇ, ਜਿਹੜੇ ਉਹਨਾਂ ਨੇ ਚੋਣ ਜ਼ਾਬਤੇ 'ਚ ਕਿਹਾ ਸੀ ਤੇ ਜੋ ਇਹ ਕੰਮ ਕਰ ਰਹੇ ਆ। ਜ਼ਰੂਰ ਦੱਸੋ ਜੀ ਇਹ ਕਿਹੜੇ U-ਟਰਨ ਹੋ ਗਏ ਨੇ?
ਦੇਖੋ, ਇੱਕ ਤਾਂ ਮਹਿੰਗਾਈ ਵਾਲਾ ਸਭ ਤੋਂ ਵੱਡਾ ਮੁੱਦਾ ਹੈ ਜੀ, ਜਿਹਦੇ ਵਾਸਤੇ ਉਹਨੇ ਕਿਹਾ ਸੀ ਆਉਂਦੇ ਹੀ ਅਸੀਂ ਕੰਟਰੋਲ ਜਿਹੜਾ ਕਰ ਲਾਂਗੇ। ਮਹਿੰਗਾਈ ਦੇ ਉੱਤੇ ਕਿਸੇ ਜਗ੍ਹਾ ਕੋਈ ਕੰਟਰੋਲ ਜਿਹੜਾ ਨਹੀਂ ਹੋਇਆ। ਜਿਹੜੇ ਬਲੈਕ ਮਾਰਕੀਟਿੰਗ ਵਾਲੇ ਨੇ ਜੀ, ਜਿਹੜੇ ਲੋਕ ਕਹੇ ਜਾਂਦੇ ਇੱਕ ਪੋਟੈਟੋ ਕਿੰਗ ਨੇ, ਸ਼ੂਗਰ ਕਿੰਗ ਨੇ, ਓਨੀਅਨ ਕਿੰਗ ਨੇ, ਉਹ ਤਾਂ ਜਿਉਂ ਦਾ ਤਿਉਂ ਕੰਮ ਕਰ ਰਹੇ ਨੇ। ਹੁਣ ਭਾਈ ਜਿਨ੍ਹਾਂ ਨੇ ਪੈਸੇ ਲਾਏ ਨੇ ਮੋਦੀ ਹੋਰਾਂ ਦੇ ਉੱਤੇ, ਉਹ ਫਿਰ 2 ਲਾ ਕੇ 20 ਬਣਾਉਣਗੇ ਜਾਂ 200 ਜਿਹੜਾ ਬਣਾਉਣਗੇ, ਉਹ ਖੁੱਲ ਕੇ ਖੇਡ ਰਹੇ ਨੇ। ਬਲੈਕ ਮਾਰਕੀਟਿੰਗ ਜਿਹੜੀ ਆ ਜੀ ਉਹ ਨਹੀਂ ਕਿਤੇ ਵੀ ਸੀ। ਜਿਹੜਾ ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ ਵਾਲੀ ਜਿਹੜੀ ਗੱਲ ਆਖੀ ਸੀਗੀ, ਉਹ ਬਜਟ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਇਹਦਾ ਜ਼ਿਕਰ ਹੀ ਕੋਈ ਨਹੀਂਗਾ। 72 ਦਿਨ ਮੰਗੇ ਸੀਗੇ ਮੋਦੀ ਸਰਕਾਰ ਨੇ ਕਿ 72 ਦਿਨਾਂ ਦੇ ਵਿੱਚ ਅਸੀਂ ਬਲੈਕ ਮਨੀ ਜਿਹੜੀ ਲਿਆਵਾਂਗੇ। 50 ਤੋਂ ਉੱਤੇ ਹੋ ਗਏ। ਦੇਖਦੇ ਜਿਹੜੇ ਆ ਜੀ 20 ਦਿਨਾਂ ਦੇ ਵਿੱਚ ਇਹ ਵਾਪਸ ਜਿਹੜੇ ਪੈਸੇ ਆ ਜਾਂਦੇ ਨੇ ਜਾਂ ਨਹੀਂ, ਉਹ ਤਾਂ ਛੱਡੋ। ਤੁਸੀਂ ਬੀਜੇਪੀ ਦੇ ਜਿਹੜਾ ਵਿਧਾਇਕ ਆ ਜੀ, ਉਹਦੇ ਘਰੋਂ ਕਰੋੜਾਂ ਰੁਪਈਆ ਜਿਹੜਾ ਉਹ ਮਿਲਿਆ, ਉਹ ਅਜੇ ਸਾਂਭਿਆ ਨਹੀਂ ਜਾ ਰਿਹਾ, ਉਹਦਾ ਪਤਾ ਨਹੀਂ ਜਿਹੜਾ ਲੱਗ ਰਿਹਾ। ਜਿਹੜੀ 370 ਦੇ ਉੱਤੇ ਬਹਿਸ ਕਰਾਉਣ ਦੀ ਜਿਹੜੀ ਗੱਲ ਕਹੀ ਸੀ, ਖਤਮ ਕਰਨ ਦੀ ਗੱਲ ਕਹੀ ਸੀ, ਜਿਹੜੀ ਉਹਦੇ ਉੱਤੇ ਵੀ ਯੂ ਟਰਨ ਜਿਹੜਾ ਜੀ ਉਹ ਮਾਰ ਲਿਆ ਗਿਆ ਜੀ ਹਾਲ ਦੀ ਘੜੀ। ਬਜਟ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ ਨੇ, ਲੋਕਾਂ ਨੂੰ ਵੱਡੀ ਆਸ ਸੀਗੀ ਟੈਕਸ ਤੋਂ ਰਾਹਤ ਵਾਲੀ, ਉਹ ਜਿਹੜੀ ਆ ਉਹ ਨਹੀਂ ਦਿੱਤੀ ਗਈ ਜੀ ਕਿਸੇ ਵੀ ਜਗ੍ਹਾ ਦੇ ਉੱਤੇ। ਐਵੇਂ ਲੋਕੀ ਭਰਮ ਭੁਲੇਖੇ ਦੇ ਵਿੱਚ ਹੀ ਮਾਰੇ ਗਏ। ਨਰਿੰਦਰ ਮੋਦੀ ਹੋਰੀ ਉੱਚੀ ਦਿਨ ਹੀ ਕਹਿੰਦੇ ਸਨ, ਅੱਛੇ ਦਿਨ, ਲੋਕ ਕਹਿੰਦੇ ਸਨ ਆਣੇ ਵਾਲੇ ਹੈ, ਤੇ ਹੁਣ ਜਿਹੜੇ ਆ ਜੀ ਉਹ ਨਹੀਂ ਆਏ। ਅੱਛੇ ਦਿਨ ਜਿਹੜੇ ਨੇ ਉਹ ਮੋਦੀ ਹੋਰਾਂ ਦੇ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਜਿਹੜੇ ਨੇ ਜੀ ਉਹ ਆ ਗਏ ਨੇ। ਇਹ ਅੱਛੇ ਦਿਨ ਸਿਰਫ ਮੋਦੀ ਦੇ ਆਏ ਨੇ। ਇਸੇ ਕਰਕੇ ਹੁਣ ਲੋਕ ਜਿਹੜੇ ਨੇ ਭੁੱਲਦੇ ਜਾ ਰਹੇ ਨੇ ਹੌਲੀ ਹੌਲੀ ਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਲੋਕ ਤਾਂ ਕਹਿੰਦੇ ਨੇ ਮੋਦੀ ਦੀ ਸਰਕਾਰ ਹੈ, ਉੱਤੇ ਮੋਦੀ ਬੈਠੇ ਨੇ ਜੀ, ਨਾਲ ਅਮਿਤ ਸ਼ਾਹ ਹੋਰੀ ਜਿਹੜੇ ਨੇ ਉਹ ਉਹਨਾਂ ਦੇ ਲਾਗੇ ਨੇ। ਤੇ ਜਿਹੜੀ ਲੀਡਰਸ਼ਿਪ ਹੈ, ਐਸਾ ਉਹਨੇ ਖੁੱਡੇ ਲਾਈਨ ਲਾਤਾ ਹੈ ਸਾਰਿਆਂ ਨੂੰ ਜੀ ਕਿ 2 ਨੰਬਰ ਦੇ ਉੱਤੇ ਕਿਸੇ ਨੂੰ ਕੋਈ ਜ਼ਿੰਮੇਵਾਰੀ ਨਹੀਂ ਦੇ ਕੇ ਗਏ ਬ੍ਰਾਜ਼ੀਲ ਜਾਣ ਤੋਂ ਪਹਿਲਾਂ ਨਰਿੰਦਰ ਮੋਦੀ ਹੋਰੀ ਜੀ। ਸੋ ਕੋਈ ਵੀ ਜਿਹੜੀ ਚੀਜ਼ ਆ, ਜਿਹੜੇ ਵਾਅਦੇ ਕੀਤੇ ਸੀਗੇ ਜੀ, ਉਹ ਤਾਂ ਇੱਕ ਸਿੰਗਲ ਵਾਅਦਾ ਵੀ ਜਿਹੜਾ ਅਜੇ ਤੱਕ ਪੂਰਾ ਨਹੀਂ ਹੋਇਆ ਜੀ। ਤੇ ਨਾਲ ਜਿਹੜਾ ਜੀ ਜਦ ਤੋਂ ਇਹ ਪ੍ਰਧਾਨ ਮੰਤਰੀ ਬਣੇ ਨੇ, ਇਹਨਾਂ ਨੂੰ ਜਿਹੜੇ ਇਹਨਾਂ ਦੇ ਭਾਸ਼ਣ ਜਾਂ ਕੋਈ ਗੱਲਬਾਤ ਇਹਨਾਂ ਦੀ ਬਹੁਤ ਘੱਟ ਸੁਣੀ ਹੈ। ਕਾਫੀ ਜਿਹੜੇ ਹੁਣ ਸ਼ਾਂਤੀ ਦੇ ਵਿੱਚ ਲੱਗਦਾ ਇਦਾਂ ਜੀ ਉਹ ਰਹਿ ਰਹੇ ਨੇ। ਅਤੇ ਜੀ ਬੜਕਾਂ ਪਹਿਲਾਂ ਹੀ ਸੰਦੀ, ਇਹ ਬੜਕਾਂ ਜਿਹੜੀਆਂ ਤਕਰੀਬਨ ਮੁੱਕ ਗਈਆਂ ਜੀ, ਬਹੁਤ ਛੇਤੀ ਮੁੱਕ ਗਈਆਂ ਜੀ। ਅਤੇ ਨਾਲ ਹੀ ਇੱਕ ਇਸ ਟਾਈਮ ਕਾਫੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੇਦ ਪ੍ਰਤਾਪ ਵੈਦਿਕ। ਕਹਿ ਰਹੇ ਆ ਜਿਹੜੇ ਜੀ ਉਹ ਕਿਸੇ ਉੱਥੇ ਮਿਲ ਕੇ ਆਏ ਨੇ ਪਾਕਿਸਤਾਨ ਦੇ ਵਿੱਚ ਤੇ ਜਿਸ ਦੇ ਵਿੱਚ ਇਹ ਵੀ ਗੱਲ ਕਿਹਾ ਜਾ ਰਿਹਾ ਵੀ ਉਹਨਾਂ ਨੇ ਉਹਨਾਂ ਨੂੰ ਕਹਿਤਾ ਕਸ਼ਮੀਰ ਦੇ ਉਸ ਬੰਦੇ ਨੂੰ ਜਿਸ ਦਾ ਕਿ ਮੁੰਬਈ ਅਟੈਕ ਦੇ ਵਿੱਚ ਕਹਿੰਦੇ ਹੱਥ ਸੀਗਾ ਵੀ ਕਸ਼ਮੀਰ ਤੁਸੀਂ ਲੈ ਲਓ। ਇਹ ਪੂਰੀ ਚਰਚਾ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਚੱਲ ਰਹੀ ਆ ਤੇ ਗੱਲ ਕੀ ਹੈਗੀ ਹੈ ਪੂਰੀ? ਐਕਚੁਅਲੀ ਇਹ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਗਏ ਨੇ ਵੈਦਿਕ ਇੱਕ ਪੱਤਰਕਾਰ ਨੇ, ਬਜ਼ੁਰਗ ਪੱਤਰਕਾਰ ਨੇ, ਬਾਬਾ ਰਾਮਦੇਵ ਦੇ ਖਾਸਮ ਖਾਸ ਨੇ, ਬੀਜੇਪੀ ਵਾਲਿਆਂ ਦੇ ਵੀ ਖਾਸ ਨੇ ਜੀ। ਉੱਥੇ ਜਾ ਕੇ ਪੰਗਾ ਇਹਨੇ ਲਿਆ ਜੀ ਕਿ ਹਾਫਿਜ਼ ਸਈਦ ਜਿਹੜਾ 26/11 ਦੇ ਅਟੈਕ ਦਾ ਮਾਸਟਰ ਮਾਈਂਡ ਹੈ, ਜਿਹੜਾ ਔਰ ਇਹ ਜ਼ਮਾਇਤ ਤੋਂ ਦਾਵਾ ਜਿਹੜਾ ਜੀ ਉਹਦਾ ਮੁਖੀ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਨੇ ਇਹਨੂੰ ਅੰਤਰਰਾਸ਼ਟਰੀ ਅੱਤਵਾਦੀ ਜਿਹੜਾ ਦੀ ਉਹ ਐਲਾਨਿਆ। ਉਹਦੇ ਨਾਲ ਮੁਲਾਕਾਤ ਕੀਤੀ ਵੈਦਿਕ ਨੇ। ਮੁਲਾਕਾਤ ਕਰਨ ਤੋਂ ਬਾਅਦ ਝੱਟ ਦੇਣੀ ਫੇਸਬੁੱਕ ਦੇ ਉੱਤੇ ਫੋਟੋ ਵੀ ਪਾਤੀ ਜੀ। ਜਦੋਂ ਫੇਸਬੁੱਕ ਦੇ ਉੱਤੇ ਫੋਟੋ ਪਈ, ਰਾਜ ਸਭਾ ਦੇ ਵਿੱਚ ਹੰਗਾਮਾ ਹੋ ਗਿਆ, ਲੋਕ ਸਭਾ 'ਚ ਹੰਗਾਮਾ ਹੋ ਗਿਆ। ਰਾਹੁਲ ਗਾਂਧੀ ਨੇ ਇੱਥੋਂ ਤੱਕ ਕਹਿਤਾ ਕਿ ਇਹ RSS ਦਾ ਪੁਰਾਣਾ ਮੈਂਬਰ ਹੈ ਤੇ ਇਹ ਜਾ ਕੇ ਹਾਫਿਜ਼ ਸਈਦ ਦੇ ਨਾਲ ਮੁਲਾਕਾਤ ਜਿਹੜੀ ਆ ਪਤਾ ਨਹੀਂ ਕਿਹੜੇ ਸਿਲਸਿਲੇ 'ਚ ਕਰਕੇ ਆਇਆ। ਇਹ ਦੱਸਿਆ ਜਾਵੇ ਕਿ ਇਹਦੇ ਪਿੱਛੇ ਕਹਾਣੀ ਜਿਹੜੀ ਆ ਉਹ ਕੀ ਹੈ ਜੀ। ਤੋ ਇਹ ਮਾਮਲਾ ਜਿਹੜਾ ਭਖਦਿਆ ਹੋਇਆ ਇੱਥੋਂ ਤੱਕ ਚਲੇ ਗਿਆ ਕਿ ਜਿਹੜੀ NDA ਦੀ ਸਰਕਾਰ ਹੈ, ਉਹਦੀ ਇੱਕ ਭਾਈਵਾਲ ਪਾਰਟੀ ਸ਼ਿਵ ਸੈਨਾ ਦਾ ਜਿਹੜਾ ਅਖਬਾਰ ਹੈ ਸਾਹਮਣਾ, ਉਹਨੇ ਕੱਲ੍ਹ ਦੀ ਆਪਣੀ ਸੰਪਾਦਕੀ ਦੇ ਵਿੱਚ ਇਹ ਲਿਖ ਦਿੱਤਾ ਕਿ ਜਿਹੜੀਆਂ ਜਿਸਮ ਵੇਚਣ ਵਾਲੀਆਂ ਜਾਂ ਜਿਸਮ ਵਿਖਾ ਕੇ ਪੈਸਾ ਇਕੱਠਿਆ ਕਰਨ ਵਾਲੀਆਂ ਜਿਹੜੀਆਂ ਔਰਤਾਂ ਨੇ, ਉਹ ਕਿਤੇ ਚੰਗੀਆਂ ਨੇ ਇਸ ਵੈਦਿਕ ਦੇ ਨਾਲੋਂ ਜੀ ਜਿਹੜਾ ਕਿ ਗੱਦਾਰ ਹੈ ਮੁਲਕ ਦਾ। ਉਹਨੇ ਇੱਥੇ ਤੱਕ ਲਿਖ ਦਿੱਤਾ ਕਿ ਇਹਨੂੰ ਇਸਲਾਮਾਬਾਦ ਦੁਬਾਰਾ ਭੇਜ ਦਿੱਤਾ ਜਾਣਾ ਚਾਹੀਦਾ। ਹੁਣ ਖਬਰਾਂ ਇਹ ਆ ਰਹੀਆਂ ਨੇ ਕਿ 2 ਜਗ੍ਹਾ ਦੇ ਉੱਤੇ, ਵਾਰਾਣਸੀ ਦੇ ਵਿੱਚ ਤੇ ਪੁਣੇ ਦੇ ਵਿੱਚ ਜਿਹੜਾ ਜੀ ਇਹ ਕੇਸ ਜਿਹੜਾ ਵੈਦਿਕ ਦੇ ਉੱਤੇ ਦੇਸ਼ ਧਰੋਹ ਦਾ ਦਰਜ ਹੋ ਗਿਆ ਜੀ। ਤੇ ਬਿਲਕੁਲ ਜੀ, ਬਹੁਤ ਜਿਹੜਾ ਧੰਨਵਾਦ ਕਰਦੇ ਹਾਂ। ਤੁਸੀਂ ਜਿਹੜੀਆਂ ਕਾਫੀ ਖਬਰਾਂ ਜਿਹੜੇ ਜੀ ਉਸ ਦੀ ਗਹਿਰਾਈ ਤੱਕ ਜਿਹੜੇ ਸਾਡੇ ਸਰੋਤਿਆਂ ਨੂੰ ਤੁਸੀਂ ਲੈ ਕੇ ਜਾਂਦੇ ਹੋ। ਤੇ ਸਮਾਂ ਵੀ ਜਿਹੜਾ ਹੁਣ ਆਪਣਾ ਸਮਾਪਤ ਹੋ ਰਿਹਾ ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਵਿੱਤ ਮੰਤਰੀ ਕਹਿੰਦਾ ਹੈ ਢੀਂਡਸਾ ਵੀ ਵਾਧਾ ਅੱਗੇ ਨੂੰ ਪਿਆ ਪੰਜਾਬ ਬੇਲੀ ਜੀ। ਵਿੱਤ ਮੰਤਰੀ ਕਹਿੰਦਾ ਹੈ ਢੀਂਡਸਾ ਵੀ ਵਾਧਾ ਅੱਗੇ ਨੂੰ ਪਿਆ ਪੰਜਾਬ ਬੇਲੀ, ਚਾਰੇ ਬੰਨੇ ਵਿਕਾਸ ਹੀ ਨਜ਼ਰ ਆਵੇ, ਮਾਝਾ ਮਾਲਵਾ ਵੇਖੋ ਦੁਆਬ ਬੇਲੀ ਜੀ। ਸਾਡੀ ਕੇਂਦਰ ਤੋਂ ਦਰ ਵਿਕਾਸ ਉੱਚੀ ਲਾ ਕੇ ਵੇਖੀ ਹਿਸਾਬ ਬੇਲੀ,
ਕੀਤਾ ਝੂਠਾ ਪ੍ਰਚਾਰ ਵਿਰੋਧੀਆਂ ਨੇ, ਦਿੱਤਾ ਬਜਟ ਨੇ ਸਾਫ਼ ਜਵਾਬ ਬੇਲੀ ਜੀ। ਕਹਿੰਦੇ ਆਗੂ ਵਿਰੋਧ ਦੇ ਪੱਖ ਵਾਲੇ ਵੇਖੇ ਰਾਜ ਦਾ ਹਾਲ ਸਰਕਾਰ ਬੇਲੀ। ਕਹਿੰਦੇ ਆਗੂ ਵਿਰੋਧ ਦੇ ਪੱਖ ਵਾਲੇ ਵੇਖੇ ਰਾਜ ਦਾ ਹਾਲ ਸਰਕਾਰ ਬੇਲੀ। ਰੁਕੇ ਪਏ ਕਈ ਕੰਮ ਵਿਕਾਸ ਵਾਲੇ, ਆਉਣ ਭੁੱਖ ਦੇ ਨੇੜੇ ਡਕਾਰ ਬੇਲੀ। ਜੀ ਜੀ ਜੀ, ਬਹੁਤ ਬਹੁਤ ਜਿਹੜਾ ਜੀ ਧੰਨਵਾਦ, ਤੁਸੀਂ ਬਜਟ ਨੂੰ ਬੜੇ ਹੀ ਵਧੀਆ ਲਫ਼ਜ਼ਾਂ ਦੇ ਵਿੱਚ ਸਾਰਿਆਂ ਤੱਕ ਪਹੁੰਚਾਤਾ ਆ। ਬਹੁਤ ਬਹੁਤ ਸ਼ੁਕਰੀਆ ਬਲਤੇਜ ਪੰਨੂ ਜੀ। ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ। ਉਦੋਂ ਤੱਕ ਲਈ ਤੁਹਾਡਾ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ। ਇਹ ਜਿਹੜਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਹੁਣ ਆਪ ਸਭ ਤੋਂ ਮੈਂ ਵੀ ਇਜਾਜ਼ਤ ਮੰਗਦਾ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।